ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਰਵੇਸ਼, ਧੰਨ ਗੁਰੂ ਨਾਨਕ ਸਾਹਿਬ ਹਜ਼ੂਰ ਦਸਮ ਗੁਰੂ ਸਾਹਿਬਾਨ। ਕਿਰਪਾ ਕਰਨੀ ਮਹਾਰਾਜ, ਭੂਲ ਛਿਮੋ ਹਮਰੀ ਪ੍ਰਵਾਪਨ, ਭੂਲਨਹਾਰ ਕਹਾਂ ਕੋ ਮਸੋ। ਗੁਰਸਾਖੀ ਜੋਤ ਪ੍ਰਗਟ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ ਦੀ ਬਾਣੀ ਦੇ ਦਰਸ਼ਨ ਅਸੀਂ ਕੁਝ ਚਿਰ ਤੋਂ ਪਿਛਲੀ ਸੈਸ਼ਨ ਤੋਂ ਕਰਦੇ ਹਾਂ। ਗੁਰੂ ਅਮਰਦਾਸ ਦੀ ਇਹ ਅਲੌਕਿਕ ਬਾਣੀ ਜੀਵਨ ਦੇ ਤੱਤ ਨੂੰ ਪ੍ਰਗਟ ਕਰਦੀ ਹੈ। ਲਾਈਫ ਦੇ ਰੂਟ ਦੇ ਵਿੱਚ ਕੀ ਵਸਿਆ ਹੈ, ਮੇਰੇ ਮਨ ਦੇ ਅੰਤਰ ਵਿੱਚ ਕੀ ਵਸਿਆ ਹੈ, ਨਿਰੰਕਾਰ ਕੀ ਹੈ, ਉਹਦਾ ਸੱਤ ਕੀ ਹੈ, ਔਰ ਕੀ ਵਿਧੀ ਹੈ ਮਿਲਣ ਦੀ, ਕਿਸ ਕਾਰਨ ਕਰਕੇ ਮਿਲਣ ਹੁੰਦਾ ਹੈ ਔਰ ਕਿਸ ਕਾਰਨ ਕਰਕੇ ਅਸੀਂ ਵਿਛੜੇ ਹੋਏ ਹਾਂ। ਇਸ ਬਾਣੀ ਵਿੱਚ ਹਜ਼ੂਰ ਪ੍ਰਗਟ ਕਰਦੇ ਹਨ। ਕੋਠੇ ਤੇ ਚੜ੍ਹ ਕੇ ਆਨੰਦ ਦੀ ਬਾਣੀ ਗਾਈ ਗਈ। ਮਨ ਵਿੱਚ ਕੀ ਹੁੰਦਾ ਹੈ ਜਦੋਂ ਆਨੰਦ ਵਰਤਦਾ ਹੈ, ਕੀ ਕਾਰਨ ਹਨ ਜਿਸ ਨਾਲ ਇਹ ਆਨੰਦ ਪ੍ਰਗਟ ਹੁੰਦਾ ਹੈ, ਇਸ ਆਨੰਦ ਦਾ ਨੇਚਰ ਕੀ ਹੈ, ਮੈਂ ਜੀਵਨ ਵਿੱਚ ਕੀ ਲੱਭ ਰਿਹਾ ਹਾਂ, ਕਿੱਥੇ ਵਸਿਆ ਹੈ ਜੋ ਮੈਂ ਲੱਭਦਾ ਹਾਂ। ਇਹ ਸਭ ਤੱਤ ਗਿਆਨ ਹੈ ਜੀਵਨ ਦਾ, the basic knowledge of life। ਅਸੀਂ ਜਿਸ ਚੀਜ਼ ਨੂੰ ਰੈਲੇਵੈਂਟ ਸਮਝਦੇ ਹਾਂ, ਜਿਨ੍ਹਾਂ ਕਾਰਨਾਂ ਨੂੰ ਰੈਲੇਵੈਂਟ ਸਮਝਦੇ ਹਾਂ, ਉਹ ਅੱਖੋਂ ਦੇਖੀ ਫਿਜ਼ੀਕਲ ਲਾਈਫ ਹੈ। ਉਹ ਸਾਡੇ ਤੇ ਹਾਵੀ ਹੈ, ਸਾਡੇ ਮਨ ਨੂੰ ਗ੍ਰਸਤ ਕੀਤਾ ਹੈ। ਇਹ ਸਾਡੀ ਰਿਐਲਿਟੀ ਹੈ। ਅਸੀਂ ਇਸ ਲਾਈਫ ਨੂੰ ਆਲ ਇੰਪੋਰਟੈਂਟ ਜਾਣਦੇ ਹਾਂ ਔਰ ਸਾਡੀ ਸਾਰੀ ਸ਼ਕਤੀ ਇਸ ਨੂੰ ਸੋਲਵ ਕਰਨ ਦੇ ਵਿੱਚ ਲੱਗੀ ਹੈ। ਪਰ ਇਹ ਸੋਲਵ ਕਰਨ ਨੂੰ ਰਸਤਾ ਕੀ ਹੈ? ਜੀਵਨ ਦੀ ਇੱਕ ਮੁਸੀਬਤ ਨੂੰ ਅਸੀਂ ਸੋਲਵ ਕਰ ਲਈਏ, ਸਮੇਂ ਵਿੱਚ ਦੂਸਰੀ ਆਏਗੀ, ਫਿਰ ਤੀਸਰੀ ਆਏਗੀ। ਕੀ ਮੈਂ ਇਹ ਕਹਿ ਰਿਹਾ ਹਾਂ ਕਿ ਜੀਵਨ ਦੀ ਮੁਸੀਬਤਾਂ ਨੂੰ ਹੱਲ ਨਹੀਂ ਕਰਨਾ ਚਾਹੀਦਾ? ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿਸ ਚੀਜ਼ ਨੂੰ ਅਸੀਂ ਪ੍ਰਾਇਮਰੀ ਫੋਕਸ ਆਫ ਲਾਈਫ ਜਾਣਦੇ ਹਾਂ ਜਾਂ ਸਮਝਦੇ ਹਾਂ ਔਰ ਜੀਂਦੇ ਹਾਂ, ਇਹਨੂੰ ਵਿਚਾਰਨ ਦੀ ਲੋੜ ਹੈ ਕਿ ਉਹ ਪ੍ਰਾਇਮਰੀ ਫੋਕਸ ਆਫ ਲਾਈਫ ਹੈ ਔਰ ਉਹਦਾ ਸੋਲਿਊਸ਼ਨ ਜਿਸ ਤਰ੍ਹਾਂ ਅਸੀਂ ਉਸ ਨੂੰ ਲੱਭਣਾ ਚਾਹੁੰਦੇ ਹਾਂ ਉਸ ਤਰ੍ਹਾਂ ਉਹ ਹੈ ਕਿ ਕੋਈ ਹੋਰ ਤਰੀਕੇ ਨਾਲ ਹੈ। ਜਦੋਂ ਅਸੀਂ ਇਸ ਬਾਣੀ ਵਿੱਚ ਉਤਰਾਂਗੇ, ਇਹਨੂੰ ਵਿਚਾਰਨ ਦਾ ਇੱਕ ਓਪਰਚੁਨਿਟੀ ਮਿਲੇਗੀ, ਇੱਕ ਚਾਂਸ ਮਿਲੇਗਾ ਜਾਣਨ ਦਾ ਕਿ ਜੀਵਨ ਹੈ ਕੀ। ਔਰ ਅਗਰ ਅਸੀਂ ਇਸ ਨੂੰ ਧਿਆਨ ਨਾਲ ਸੁਣੀਏ ਤਾਂ ਜਾਣਨ ਵੱਲ ਚੱਲ ਸਕਦੇ ਹਾਂ। We can know what is life, not only talk or think, but know। ਇਹਨਾਂ ਵਿਚਾਰਾਂ ਤੋਂ ਪਰੇ ਦਾ ਇੱਕ ਜੀਵਨ ਹੈ ਜਿੱਥੇ ਮਨ ਦੇਖਦਾ ਹੈ, ਮਨ ਜਾਣਦਾ ਹੈ, ਮਨ ਜੀਂਦਾ ਹੈ, ਵਿਚਾਰਾਂ ਵਿੱਚ ਬਹਿੰਦਾ ਨਹੀਂ ਹੈ, ਥਿਰ ਹੋ ਜਾਂਦਾ ਹੈ। ਸੁਣਨ ਤੋਂ, ਪੁਕਾਰਨ ਤੋਂ ਇਹ ਕਹਾਣੀ ਸ਼ੁਰੂ ਹੋਏਗੀ ਔਰ ਆਨੰਦ ਦੇ ਰੂਪ ਵਿੱਚ
ਅਸੀਂ ਅਗਰ ਬਹਿ ਸਕਦੇ ਹਾਂ, ਮਨ ਨੂੰ ਤਿਆਗ ਸਕਦੇ ਹਾਂ, ਤਾਂ ਉੱਥੇ ਜਾ ਸਕਦੀ ਹੈ ਗੱਲ। ਅੰਮ੍ਰਿਤ ਦੀ ਗੱਲ ਗੁਰੂ ਕਰਨਗੇ। ਗੁਰੂ ਨੂੰ ਮਿਲਣਾ, ਗੁਰੂ ਦੀ ਵਿਚਾਰ ਨੂੰ ਜਾਣਨਾ, ਗੁਰੂ ਦੀ ਵਿਚਾਰ ਨੂੰ ਮਨ ਵਿੱਚ ਬਿਠਾਣਾ ਜਿਤਨਾ ਲਾਈਫ ਚੇਂਜਿੰਗ ਹੈ, ਸ਼ਾਇਦ ਅਸੀਂ ਉਹ ਇਮੈਜਿਨ ਨਹੀਂ ਕਰ ਸਕਦੇ। ਜਨਮ ਬਦਲੀ ਹੋ ਸਕਦਾ ਹੈ। ਮੇਰਾ ਵੀ, ਮੇਰੇ ਆਲੇ ਦੁਆਲੇ ਦਾ ਵੀ, ਔਰ ਇੱਕ ਦੇ ਜਗਣ ਨਾਲ ਕਈ ਜੋਤ ਜਗਦੀਆਂ ਹਨ। ਇਹ ਪੋਟੈਂਸ਼ੀਅਲ ਸਾਡੇ ਵਿੱਚ ਹੈ, ਪਰ ਅੱਜ ਦਾ ਜੀਵਨ ਬੜਾ ਡਿਸਟਰੈਕਟਿੰਗ ਹੈ। ਸਾਨੂੰ ਉਸ ਸੱਤ ਵੱਲ ਮੂੰਹ ਕਰਕੇ ਉਹਦੇ ਧਿਆਨ ਵਿੱਚ ਜੀਣਾ ਪਏਗਾ ਮਹਾਰਾਜ, ਤਾਂ ਹੀ ਅਸੀਂ ਗੁਰੂ ਨੂੰ ਮਿਲ ਪਾਵਾਂਗੇ। ਗੁਰੂ ਰਿਕਵਾਇਰਸ ਕੰਪਲੀਟ ਫੋਕਸ ਐਂਡ ਡੈਡੀਕੇਸ਼ਨ। ਗੁਰੂ ਦਾ ਰੂਪ ਅੱਜ ਕੀ ਹੈ, ਅਸੀਂ ਕਿਸ ਤਰ੍ਹਾਂ ਜਾਣਾਂਗੇ ਮਹਾਰਾਜ? ਇਹ ਬਾਣੀ ਦੱਸੇਗੀ ਹਜ਼ੂਰ। ਲੋਕ ਗੁਰੂ ਲੱਭਦੇ ਹਨ, ਕਿਉਂ ਲੱਭਦੇ ਹਨ? ਕੀ ਹੁੰਦਾ ਹੈ ਗੁਰੂ ਨੂੰ ਮਿਲਣ ਨਾਲ? ਸਤਿਗੁਰੂ ਕੌਣ ਹੈ? ਨਾਮ ਨਾਲ ਕਹਿਣ ਨਾਲ ਸਤਿਗੁਰੂ ਬਣ ਜਾਂਦਾ ਹੈ ਕੋਈ? ਜੀਵਨ ਵਿੱਚ ਅੱਜ ਸਤਿਗੁਰੂ ਹੈ ਤਾਂ ਕਿੱਧਰ ਹੈ? ਮੈਂ ਕਿਵੇਂ ਮਿਲ ਸਕਦਾ ਹਾਂ? ਮੈਂ ਲੱਭਣ ਜਾਵਾਂ, ਕੱਪੜੇ ਲੱਭਾਂਗਾ, ਪਹਿਰਾਵਾ ਲੱਭਾਂਗਾ, ਕੋਈ ਚਮਤਕਾਰ ਦੇਖਾਂਗਾ, ਕਿਸ ਨਾਲ ਮੈਨੂੰ ਪਤਾ ਲੱਗੇਗਾ ਇਹ ਸਤਿਗੁਰੂ ਹੈ? ਸਰੀਰਕ ਗੁਰੂ ਹੀ ਗੁਰੂ ਹੈ। ਗੁਰੂ ਹੈ ਕੌਣ? ਔਰ ਗੁਰੂ ਦੇ ਮਿਲਣ ਤੋਂ ਬਾਅਦ ਮੇਰਾ ਜੀਵਨ ਕੀ ਹੋ ਸਕਦਾ ਹੈ? ਇਹ ਬਾਣੀ ਹੈ ਪ੍ਰਗਟ ਕਰਦੀ ਹੈ ਮਹਾਰਾਜ। ਮੇਰਾ ਜੀਵਨ ਕਿਸ ਤਰ੍ਹਾਂ ਬਹੇਗਾ ਔਰ ਕੀ ਉਹਦਾ ਬਣੇਗਾ, ਇਹ ਮੇਰੇ ਹੱਥ ਵਿੱਚ ਹੈ। ਆਪਣ ਹੱਥੀ ਆਪਣਾ ਆਪ ਹੀ ਕਾਜ ਸਵਾਰੀ ਹੈ। ਮੈਂ ਜਿੱਧਰ ਮੂੰਹ ਕਰਕੇ ਜੀਆਂਗਾ, ਮਨ ਉਸ ਪਾਸੇ ਨੂੰ ਜਾਏਗਾ ਮਹਾਰਾਜ। ਭੁਲੇਖਿਆਂ ਵਿੱਚ ਜੀਆਂਗਾ ਤਾਂ ਭੁਲੇਖੇ ਵਿੱਚ ਹੀ ਰਵਾਂਗਾ। ਮਨ ਦਾ ਸਹਿਸਾ ਨਹੀਂ ਜਾਏਗਾ। ਧੋਖੇ ਵਿੱਚ ਜੀਆਂਗਾ, ਧੋਖਾ ਹੀ ਮਿਲ ਜਾਏਗਾ ਮਹਾਰਾਜ। ਗੁਰੂ ਨੂੰ ਕਿਵੇਂ ਮਿਲਣਾ ਹੈ? ਕੀ ਜੋਦੜੀ ਕਰਾਂ ਹਜ਼ੂਰ? ਮੇਰੇ ਮਨ ਨੂੰ ਕਿਵੇਂ ਅਰਪਣ ਕਰਾਂ? ਆਓ ਇਹਨਾਂ ਪ੍ਰਸ਼ਨਾਂ ਦੀ ਵਿਚਾਰ ਵਿੱਚ ਉਤਰੀਏ, ਇਸ ਬਾਣੀ ਦੀ ਡੂੰਘੀ ਵਿਚਾਰ ਵਿੱਚ ਉਤਰੀਏ। ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਰਹੇ, ਗੁਰੂ ਗ੍ਰੰਥ ਸਾਹਿਬ ਦੀ ਨਜ਼ਰ ਰਹੇ। ਕੋਈ ਵੀਰ ਭੈਣ ਪਹਿਲੀ ਪੌੜੀ ਪੜ੍ਹਦੇ, ਫਿਰ ਅਸੀਂ ਅੱਗੇ ਵੱਧਦੇ ਹਾਂ, ਸ਼ੁਰੂ ਤੋਂ ਆਰੰਭ ਕਰਦੇ ਹਾਂ। ਧੰਨਵਾਦ। ਰਾਮ ਕਲੀ ਮਹਿਲਾ ਤੀਜਾ। ਆਨੰਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋਤ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਆਨੰਦ ਖੁਸ਼ੀ ਦਾ ਉਹ ਸ਼ਿਖਰ ਹੈ ਜਿਹੜਾ ਆਪਣੇ ਆਪ ਵਿੱਚ ਐਬਸੋਲੂਟ ਹੈ ਮਹਾਰਾਜ। ਮੈਨੂੰ ਇੱਕ ਵਾਰ ਇਸ ਆਨੰਦ ਦੇ ਦਰਸ਼ਨ ਹੋ ਜਾਣ, ਗਿਆਨ ਹੋ ਜਾਏ, ਤਾਂ ਇਹ ਆਨੰਦ ਮੇਰੇ ਤੋਂ ਕੋਈ ਲੈ ਨਹੀਂ ਸਕਦਾ। ਬਿਨਾਂ ਕਿਸੇ ਕਾਰਨ ਦੇ ਇਹ ਆਨੰਦ ਹੈ। ਅਗਰ ਕਿਸੇ ਕਾਰਨ ਕਰਕੇ ਹੋਏਗਾ ਤਾਂ ਉਹ ਦੁੱਖ ਔਰ ਸੁੱਖ ਦੇ ਵਿੱਚ ਚੱਲੇਗਾ।
ਇਸ ਆਨੰਦ ਨੂੰ ਮਿਲਣ ਦੀ ਕੰਡੀਸ਼ਨਸ ਕੀ ਨੇ? ਮੇਰੇ ਸਾਹਮਣੇ ਕੁਝ ਪ੍ਰਸ਼ਨ ਹਨ ਜੀਵਨ ਵਿੱਚ, ਜਿਨ੍ਹਾਂ ਕਰਕੇ ਅਸੀਂ ਸਭ ਭਟਕ ਰਹੇ ਹਾਂ। ਪਹਿਲਾ ਦੁੱਖ ਹੈ। ਦੁੱਖ ਦਾ ਕੀ ਜਵਾਬ ਹੈ ਮੇਰੇ ਕੋਲ? ਮੇਰੇ ਮਨ ਵਿੱਚ, ਮੇਰੇ ਜੀਵਨ ਵਿੱਚ ਦੁੱਖ ਕਿਉਂ ਆਉਂਦਾ ਹੈ? ਫਿਰ ਰੋਗ ਹੈ। ਉਹ ਰੋਗਾਂ ਕਰਕੇ ਮੈਂ ਗ੍ਰਸਤ ਹਾਂ, ਮਾਨਸਿਕ ਰੋਗ, ਸਰੀਰਕ ਰੋਗ। ਤੀਸਰਾ ਇੱਕ ਭਟਕਣ ਹੈ, ਅਧੂਰਾਪਨ ਹੈ ਮਨ ਵਿੱਚ, ਜਿਹਦੀ ਪੂਰਨਤਾ ਹੀ ਮੈਂ ਲੱਭਦਾ ਹਾਂ। ਔਰ ਇਹਨਾਂ ਸਾਰਿਆਂ ਦੇ ਤੱਤ ਦੇ ਵਿੱਚ, ਜੜ ਦੇ ਵਿੱਚ ਮ੍ਰਿਤਿੂ ਦਾ ਭੈ ਹੈ। ਇਹਦਾ ਕੀ ਜਵਾਬ ਹੈ ਮੇਰੇ ਕੋਲ? ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਆਨੰਦ ਕੀ ਹੈ ਮਹਾਰਾਜ? ਮੇਰੇ ਜੀਵਨ ਦੇ ਵਿੱਚ ਖੁਸ਼ੀ ਦਾ ਸਿਖਰ ਇੱਕ ਆਨੰਦ ਹੈ ਮਹਾਰਾਜ। और यह आनंद बिना किसी कंडीशन और कारण करके है। अगर यह किसी कारण करके होएगा तो यह दुख सुख दे विच वरतेगा। आनंद है ही आनंद रूप रवियो सब मध्य जत कत पेखु जाई। इस आनंद नूं मेरे जीवन विच खोलना होए तो मैं किवें खोलांगा? मेरे कोल आनंद होएगा ਤਾਂ ਕੀ ਜੀਵਨ ਵਿੱਚ ਲੱਛਣ ਹੋਣਗੇ? ਕੁਝ ਪ੍ਰਸ਼ਨ ਮੇਰੇ ਸਾਹਮਣੇ ਮੂਲਤਨ ਮੇਰੇ ਜੀਵਨ ਦੇ ਵਿੱਚ ਖੜੇ ਹਨ। ਪਹਿਲਾ, ਦੁੱਖ ਦਾ ਕੀ ਜਵਾਬ ਹੈ ਮੇਰੇ ਕੋਲ? ਮੇਰੇ ਜੀਵਨ ਵਿੱਚ ਦੁੱਖ ਵਰਤਦਾ ਹੈ, ਕਿਉਂ ਵਰਤਦਾ ਹੈ, ਔਰ ਇਸ ਦੁੱਖ ਨੂੰ ਕਿਵੇਂ ਦੂਰ ਕੀਤਾ ਜਾਏ? ਦੂਸਰਾ, ਰੋਗ। ਮੇਰੇ ਸਰੀਰ ਔਰ ਮਨ ਦੇ ਵਿੱਚ ਰੋਗ ਵਸਦੇ ਹਨ। ਇਹਨਾਂ ਰੋਗਾਂ ਦਾ ਕੀ ਜਵਾਬ ਹੈ ਮੇਰੇ ਕੋਲ? ਤੀਸਰਾ, ਇੱਕ ਭ੍ਰਮਣ ਹੈ, ਇੱਕ ਵਾਂਡਰਿੰਗ ਹੈ ਮਨ ਦੀ, ਅਧੂਰਾਪਨ ਦਾ ਮੇਰੇ ਅੰਦਰ ਦਾ ਜਿਹੜਾ ਜਵਾਬ ਲੱਭਦਾ ਹੈ, ਔਰ ਉਸ ਕਾਰਨ ਕਰਕੇ ਮੈਂ ਭਟਕਦਾ ਹਾਂ। ਕਿਆ ਭਵੀਏ ਸੱਚ ਸੂਚਾ ਹੋਏ। ਔਰ ਸਭ ਤੋਂ ਮੂਲ ਇਹਨਾਂ ਸਾਰੀਆਂ ਚੀਜ਼ਾਂ ਦੀ ਜੜ ਦੇ ਵਿੱਚ ਮ੍ਰਿਤਿੂ ਦਾ ਭੈ ਹੈ, ਜਿਹੜਾ ਮੇਰੇ ਜੀਵਨ ਨੂੰ ਡਿਕਟੇਟ ਕਰਦਾ ਹੈ। ਕੱਲ ਇੱਕ ਵੀਰ ਮਿਲੇ, ਮੈਨੂੰ ਮਹਿਸੂਸ ਹੋਇਆ ਕਿ ਧਿਆਨ ਵਿੱਚ ਜਾ ਸਕਦਾ ਹੈ। ਮੈਂ ਪ੍ਰੇਰਿਆ, ਮੈਨੂੰ ਇੱਕ ਗੱਲ ਕੀਤੀ ਉਹਨਾਂ ਨੇ। ਮੇਰੇ ਮਨ ਵਿੱਚ ਭੈ ਬੜੇ ਨੇ। ਨਦੀ ਦੇ ਕਿਨਾਰੇ ਖੜਾ ਇਨਸਾਨ ਡਰਦਾ ਹੈ, ਮੈਂ ਨਦੀ ਦੇ ਵਿੱਚ ਛਾਲ ਕਿਵੇਂ ਮਾਰਾਂਗਾ? ਕੌਣ ਬਚਾਏਗਾ ਮੈਨੂੰ? ਮੈਂ ਬਹਿ ਤਾਂ ਨਹੀਂ ਜਾਵਾਂਗਾ। ਮੇਰਾ ਹੋਏਗਾ ਕੀ? ਭੈ ਅਨੇਕਾਂ ਹੀ ਰੂਪ ਵਿੱਚ ਸਾਡੇ ਸਾਹਮਣੇ ਆਉਂਦਾ ਹੈ, ਔਰ ਜਿਤਨਾ ਬੁਰਾ ਅਸੀਂ ਭੈ ਨੂੰ ਸਮਝਦੇ ਹਾਂ, ਉਤਨਾ ਬੁਰਾ ਉਹ ਹੈ ਨਹੀਂ। ਮ੍ਰਿਤਿੂ ਦਾ ਭੈ ਮੇਰੇ ਮਨ ਦੀ ਲਾਈਫ ਦੇ ਵਿੱਚ ਫਾਊਂਡੇਸ਼ਨ ਵਿੱਚ ਵਸਦਾ ਪਿਆ ਹੈ, ਔਰ ਇਹ ਹਰ ਚੀਜ਼ ਨੂੰ ਇੰਪੈਕਟ ਕਰਦਾ ਹੈ। ਅਨਨੋਇੰਗਲੀ ਹਰ ਦੁੱਖ ਦੀ ਰਿਫਲੈਕਸ਼ਨ ਐਸੇ ਤੋਂ ਆਉਂਦੀ ਹੈ, ਹਰ ਡਰ ਦੀ ਰਿਫਲੈਕਸ਼ਨ ਵੀ ਐਸੇ ਤੋਂ ਆਉਂਦੀ ਹੈ, ਹਰ ਲਾਸ ਵੀ ਐਸੇ ਫੀਅਰ ਤੋਂ ਆਉਂਦਾ ਹੈ। ਇਸ ਕਰਕੇ ਗੁਰੂ ਨੇ ਆਨੰਦ ਦੀ ਪ੍ਰਾਪਤੀ ਨੂੰ ਅੰਮ੍ਰਿਤ ਕਿਹਾ ਹੈ। ਜਦੋਂ ਮੇਰੇ ਮਨ ਵਿੱਚ ਆਨੰਦ ਦੀ ਬਰਖਾ ਹੋਏਗੀ, ਗੁਰੂ ਨੂੰ ਮਿਲਣ ਹੋਏਗਾ, ਤਾਂ ਉਹ ਆਨੰਦ ਬਰਸੇਗਾ ਮਨ ਵਿੱਚ, ਜਿਹੜਾ ਕਾਲ ਤੋਂ ਪਰੇ ਹੈ, ਕਾਲ ਰਹਿਤ ਜੀਵਨ। ਇੱਕ ਤਰ੍ਹਾਂ ਦੇਖਿਆ ਜਾਏ ਤੇ ਸਾਰੇ ਜੀਵਨ ਦਾ ਸੋਲਿਊਸ਼ਨਸ ਹੈ, ਸਰੀਰ ਦਾ ਸੋਲਿਊਸ਼ਨ ਨਹੀਂ ਹੈ। ਕਿਉਂਕਿ ਸਰੀਰ ਜਿਸ ਨੂੰ ਮੈਂ ਗਿਣਦਾ ਹਾਂ, ਉਹ ਤਾਂ ਕੁਝ ਚਿਰ ਲਈ ਮੈਂ ਹੈ, ਮਿੱਟੀ ਵਿੱਚ ਚਲੀ ਜਾਏਗੀ। ਸਰੀਰ ਮਨ ਵਿੱਚ ਵਸ ਰਿਹਾ ਹੈ, ਮਨ ਆਨੰਦ ਵਿੱਚ ਚਲਾ ਗਿਆ
ਸਰੀਰ ਦਾ ਜੋ ਕਾਰਨ ਹੈ ਉਹ ਪੂਰਨ ਹੋ ਗਿਆ ਆਪਣੇ ਆਪ ਵਿੱਚ। ਧਰਮ ਇਹ ਹੈ ਜੀਵਨ ਦਾ। ਅੱਜ ਧਰਮ ਦੀ ਦੁਰਵਰਤੋਂ ਅਸੀਂ ਦੇਖਦੇ ਹਾਂ ਆਲੇ ਦੁਆਲੇ। ਧਰਮ ਦੇ ਸ਼ਬਦ ਦੀ ਦੁਰਵਰਤੋਂ, ਧਰਮ ਦਾ ਟ੍ਰੇਡ। ਦੁਖੀ ਹੁੰਦਾ ਹੈ ਮਨ। ਸਾਰੇ ਜੀਵਨ ਦੇ ਵਿੱਚ ਜੁੜਨਾ ਧਰਮ ਹੈ ਸਭ ਦਾ। ਈਸਾਈ ਹੋਏ, ਹਿੰਦੂ ਹੋਏ, ਮੁਸਲਿਮ ਹੋਏ, ਸਿੱਖ ਹੋਏ, ਯਹੂਦੀ ਹੋਏ, ਟੁੱਟੇ ਮਨ ਨੇ ਜੁੜਨਾ ਹੈ ਸਤ ਨਾਲ। ਇਹੀ ਧਰਮ ਹੈ ਮਹਾਰਾਜ, ਇਹੀ ਯੋਗ ਹੈ। ਇਹਨੂੰ ਤਾਂ ਜਾਣਿਆ ਨਹੀਂ। ਧਰਮ ਦੀਆਂ ਲੜਾਈਆਂ ਔਰ ਧਰਮ ਨੂੰ ਵਰਤਨ ਵਿੱਚ ਨਰਕ ਬਣਾਤੀ ਜੀਵਨ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਇੱਕ ਨਿਰੰਕਾਰ ਸਤ ਹੈ ਜੀਵਨ ਦਾ, ਜੋ ਸਦਾ ਹੈ, ਸਦਾ ਸੀ, ਸਦਾ ਰਹੇਗਾ, ਕਾਲ ਤੋਂ ਪਰੇ ਹੈ। ਜਦੋਂ ਕੁਝ ਵੀ ਨਹੀਂ ਹੋਏਗਾ, ਮਾਲਕ ਰਹੇਗਾ ਇਨਸਾਨ ਦਾ। ਜਿੱਥੋਂ ਸਭ ਕੁਝ ਉਪਜਿਆ ਹੈ ਉਸ ਇੱਕ ਓਂਕਾਰ ਸਾਕਾਰ ਔਰ ਨਿਰਾਕਾਰ, ਉਹ ਹੈ ਸਤ ਜੀਵਨ ਦਾ ਮਹਾਰਾਜ। ਇਸ ਇੱਕ ਓਂਕਾਰ ਦੀ ਪ੍ਰਾਪਤੀ ਸਤਿਗੁਰੂ ਨੂੰ ਮਿਲਣ ਤੋਂ ਹੈ। ਸਤਿਗੁਰੂ ਦਾ ਪ੍ਰਸਾਦ ਹੈ ਮਹਾਰਾਜ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਗੁਰੂ ਕਿੱਥੇ ਹੈ ਹਜੂਰ? ਗੁਰੂ ਨਾਨਕ ਸਾਹਿਬ ਕਿਧਰ ਹਨ? ਮੈਂ ਅੱਜ ਮਿਲਣਾ ਹੋਏ ਤੇ ਕਿਧਰ ਜਾਵਾਂ? ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਕਿੱਥੇ ਨੇ? ਕਿਧਰ ਲੱਭਾਂ? ਕਿਹੜੀਆਂ ਅੱਖਾਂ ਨਾਲ ਦੇਖਾਂ? ਕਿਹੜੇ ਪੈਰਾਂ ਨਾਲ ਟੁਰਾਂ? ਕਿਹੜੀ ਆਵਾਜ਼ ਨਾਲ ਪੁਕਾਰਾਂ ਕਿ ਮਿਲਣ ਹੋ ਜਾਏ, ਦੀਦਾਰ ਹੋ ਜਾਣ, ਖਸਮ ਮਿਲ ਜਾਏ ਹਜੂਰ, ਇਹ ਜੀਵਨ ਦਾ ਅਧੂਰਾਪਨ ਮਿਟ ਜਾਏ। ਕਿੱਥੇ ਰਹਿੰਦੇ ਹਨ ਗੁਰੂ? ਕਿਹੜੀ ਅਰਦਾਸ ਪਹੁੰਚੇਗੀ ਉਹਨਾਂ ਤੱਕ? ਕਿਹੜੀ ਪੁਕਾਰ? ਕਿਵੇਂ ਇਕਾਗਰ ਕਰ ਲਵਾਂ ਮਨ ਨੂੰ ਕਿ ਉਹਨਾਂ ਤੱਕ ਮੇਰੀ ਆਵਾਜ਼ ਪਹੁੰਚ ਸਕੇ? ਅਸੀਂ ਜਿਤਨਾ ਦੂਰ ਗੁਰੂ ਨੂੰ ਸਮਝਦੇ ਹਾਂ, ਦਰਅਸਲ ਗੁਰੂ ਜਿਤਨਾ ਨੇੜੇ ਹੈ ਸਾਡੇ, ਅਸੀਂ ਆਪਣੇ ਨੇੜੇ ਵੀ ਉਤਨੇ ਨਹੀਂ ਹਾਂ। ਇਹ ਪਰਦਾ ਹੈ, ਹਉਮੈ ਦਾ ਪਰਦਾ ਹੈ ਹਜੂਰ। ਇਹ ਹਉਮੈ ਦਾ ਪਰਦਾ ਹਟੇਗਾ ਤਾਂ ਦੀਦਾਰ ਹੋ ਜਾਣਗੇ ਹੁਕਮ ਦੇ। ਕਿਧਰ ਨਹੀਂ ਹੈ ਗੁਰੂ ਹਜੂਰ? ਇਹ ਸਾਰੀ ਸ੍ਰਿਸ਼ਟੀ ਦੇ ਮੰਡਲ ਦੇ ਵਿੱਚ ਗੁਰੂ ਦੀ ਸ਼ਕਤੀ ਹਾਜ਼ਰ ਹੈ, ਕਿਧਰੇ ਗਈ ਨਹੀਂ ਹੈ। ਕੋਈ ਇੱਕ ਸਥਾਨ ਦੇ ਵਿੱਚ ਨਹੀਂ, ਹਰ ਜਗ੍ਹਾ ਦੇ ਵਿੱਚ ਹੈ। ਭਾਵਨਾ ਜੋੜਦੀ ਹੈ ਗੁਰੂ ਨਾਲ, ਪ੍ਰੇਮ ਗੁਰੂ ਨਾਲ ਜੋੜਦਾ ਹੈ। ਪ੍ਰੇਮ ਵਿੱਚ ਮੈਂ ਬਹਿ ਜਾਂਦਾ ਹੈ, ਗੁਰੂ ਆ ਜਾਂਦੇ ਹਨ, ਸਤ ਪ੍ਰਗਟ ਹੋ ਜਾਂਦਾ ਹੈ। ਜੀਵਨ ਦਾ ਤੱਤ ਸਾਹਮਣੇ ਆ ਕੇ ਖੜਾ ਹੋ ਜਾਂਦਾ ਹੈ। ਇਹ ਸਾਡੇ ਸਾਰਿਆਂ ਦਾ ਸੱਤ ਹੈ। ਆਪ ਆਪਣੇ ਜੀਵਨ ਨੂੰ ਬਦਲੋਗੇ? ਇਹ ਪ੍ਰਸ਼ਨ ਆਪ ਨੇ ਆਨਸਰ ਕਰਨਾ ਹੈ। ਇਹਦਾ ਜਵਾਬ ਆਪ ਕੋਲ ਹੈ। ਆਪ ਆਪਣੇ ਜੀਵਨ ਦੀ ਸ਼ਕਤੀ ਕਿਧਰ ਲਗਾਓਗੇ? ਇਹਦਾ ਜਵਾਬ ਆਪ ਕੋਲ ਔਰ ਮੇਰੇ ਕੋਲ ਹੈ। ਗੁਰੂ ਕਿਧਰੇ ਦੂਰ ਨਹੀਂ ਹਨ। ਰਹਿਤਨਾਮਾ ਭਾਈ ਨੰਦ ਲਾਲ ਗੁਰੂ ਦੇ 3 ਦਰਸ਼ਨ ਦੱਸਦੇ ਹਨ। ਨਿਰੰਕਾਰ ਗੁਰੂ ਹੈ ਹਜੂਰ।
जो इस सारी सृष्टि का करता है वो गुरु है। प्रगट गुरु शब्द है महाराज, धन गुरु हैं जो गुरु ग्रंथ साहब नूं प्रगट कर गए हैं। इस हनेरे विच, इस हनेरी रात दी दुनिया विच प्रकाश, चानन और आनंद का रस्ता है। गुरु के दूसरे दर्शन हैं। 10वें गुरु पिता ने एक बहुत अलौकिक वचन किया है, खालसा मेरो रूप है खास, खालसे में हो करो निवास। गुरु अपने खालसे दे विच वसदा है, किधर गया नहीं है, हाजिर है। असी किसी एक नूं गुरु नहीं कहांगे। खालसे दी रहत दे विच, जीवन दे विच गुरु प्रगट है और अपार प्रेम का समा है। यह मेरे हथ विच है कि इस बहंदे जीवन दे विच मैं गुरु वास्ते अपने मन का दरवाजा खोला कि नहीं खोला। यह दोष मेरे ते आंदा है कि मैं गुरु नूं नहीं मिलिया। गुरु तो उड़ीकदा है, मेरा मुंह गुरु वल नहीं है तो मैं सतगुरु नूं जानदा नहीं हाँ। अज दुनियावी पक्ष दे विच कई गुरु खड़े हो गए हैं, पर मेरा ध्यान अगर झूठ वल है ताही उन्हां वल मेरा जीवन जाएगा। तीसरा दर्शन खालसे का दर्शन है महाराज। ये 3 दर्शन गुरु दे हैं, पूजा अकाल की, परचा शब्द दा, दीदार खालसे दे। जीवन की विधि है महाराज। असी इनू सच जानीए या असी इस ते भरोसा करन च संकोच करिए। शब्द रस्ता है हजूर। और अज दी शब्द विच भी, अज दी पौड़ी विच भी महाराज है प्रगट करनगे। यह दोष मेरे दे विच है कि मैं शब्द नूं सुनिया नहीं है। सतगुरु शब्द सुनाया, मैनू सुनन तो शब्द गुरु मिलेगा। मेरे मन दे विच बदलाव इस सुनन तो आएगा, पर मैं शब्द नूं गावांगा नहीं तो किवें आएगा हजूर। मैनू अरदास करनी है, मन बनाना है। यह देखिया जीवन, बहंदिया जीवन, जींदिया जीवन दे पार दा जिहड़ा सत है उसनू जानना है। यह मैं फैसला करना है। गुरप्रसाद ता बह रहा है, गुरप्रसाद ता हाजिर है। मैं अपना भांडा सीधा करके प्रसाद लेना है, गुरु मिल जाएगा। महाराज दसदे हैं की कहिए हजूर। साढ़े सारियां दे अंतर विच एक आनंद वसदा है। गुरु अमरदास उस आनंद नाल सानू जोड़न लगे हैं, पर मन की तैयारी नहीं होएगी तो किवें जुड़ेगा पातशाह। केवल आनंद की गल्लां करके नहीं जुड़ पावांगे पातशाह जी। सानू एकाग्र मन चाहिए है, शब्द की हजूरी चाहिए है। गुरु शब्द के रूप में हाजिर होएगा मन विच। आनंद पया मेरी माए, सतगुरु मैं पाया।
ਇਹ ਗੁਰੂ ਸਾਨੂੰ ਸੁਣਾ ਰਹੇ ਹਨ, ਸਾਨੂੰ ਇਸ ਵੱਲ ਪ੍ਰੇਰ ਰਹੇ ਹਨ। ਸਾਨੂੰ ਸਾਡਾ ਸੱਤ ਇੱਕ ਆਇਨੇ ਦੇ ਵਿੱਚ ਦਿਖਾ ਰਹੇ ਹਨ, ਸਾਡੇ ਮਨ ਦੇ ਪੋਟੈਂਸ਼ੀਅਲ ਨੂੰ ਰਿਵੀਲ ਕਰ ਰਹੇ ਹਨ। ਅਸੀਂ ਦੁੱਖ ਸੁੱਖ ਵਿੱਚ ਭ੍ਰਮਣ ਕਰਦੇ ਜੀਵਨ ਨੂੰ ਬਿਤਾ ਦੇਣਾ ਹੈ ਜਾਂ ਆਨੰਦ ਨੂੰ ਪ੍ਰਾਪਤ ਕਰ ਲੈਣਾ ਹੈ, ਇਹ ਸਾਡੇ ਹੱਥ ਵਿੱਚ ਹੈ ਹਜ਼ੂਰ। ਆਨੰਦ ਪਿਆ ਮੇਰੀ ਮਾਏ, ਮੇਰੀ ਮਾਤਾ ਨੇ ਮੈਨੂੰ ਜੀਵਨ ਦਿੱਤਾ ਹੈ, ਸਰੀਰ ਮਿਲਿਆ ਹੈ। ਇਸ ਸਰੀਰ ਦੀ ਪ੍ਰਾਪਤੀ ਦਾ ਸ਼ਿਖਰ ਕੀ ਹੈ ਕਿ ਜੀਂਦੇ ਜੀ ਇਹਦੇ ਵਿੱਚ ਮਨ ਵਿੱਚ ਵਸਦਾ ਆਨੰਦ ਦਾ ਗਿਆਨ ਹੋ ਜਾਏ, ਉਹਨੂੰ ਜੀ ਲਵਾਂ ਮੈਂ, ਇਮੈਜਿਨ ਨਹੀਂ ਕਰਾਂ, ਉਹਦੀ ਵਿਚਾਰਾਂ ਨਹੀਂ ਕਰਨੀਆਂ, ਉਹਦੇ ਬਾਰੇ ਗੱਲਾਂ ਨਹੀਂ ਕਰਨੀਆਂ, ਉਹਨੂੰ ਜਾਣ ਲੈਣਾ ਹੈ, ਆਨੰਦ ਰੂਪ ਹੋ ਜਾਣਾ ਹੈ। ਗੁਰੂ ਦੱਸ ਰਹੇ ਹਨ ਇਸ ਗੱਲ ਨੂੰ। ਸਤਿਗੁਰੂ ਮੈਂ ਪਾਇਆ। ਮੇਰੇ ਮਨ ਦੇ ਵਿੱਚ ਗੁਰੂ ਅੱਜ ਨਹੀਂ ਉਤਰਿਆ, ਆਨੰਦ ਨਹੀਂ ਹੋਇਆ, ਪਰ ਮੇਰੇ ਜੀਵਨ ਦਾ ਪੋਟੈਂਸ਼ੀਅਲ ਆਨੰਦ ਹੈ ਹਜ਼ੂਰ। That happiness which can never be taken away from me, that which is available with me without conditions, that which lies at the root of my mind. बिन आपा चीने मिटे न भ्रम की काई, कहे नानक बिन आपा चीने, बिना अपने मन ਦੀ ਰਿਐਲਿਟੀ ਨੂੰ ਜਾਣੇ, ਮਿਟੇ ਨਾ ਭ੍ਰਮ ਕੀ ਕਾਈ, ਭ੍ਰਮ ਦਾ ਜਿਹੜੀ ਕਾਈ ਜੰਮੀ ਹੈ, ਭੁਲੇਖਾ ਹੈ ਜੀਵਨ ਬਾਰੇ, ਉਹ ਤਾਂ ਹਟਦਾ ਹੈ ਜਦੋਂ ਮਨ ਸ਼ੁੱਧ ਹੁੰਦਾ ਹੈ। ਅੱਜ ਵੀਰ ਰਵਿੰਦਰ ਸਿੰਘ ਜੀ ਨੇ ਬੜੀ ਟਾਕ ਦਿੱਤੀ ਹੈ, ਮਨ ਦੀ ਗੱਲ ਚੱਲਦੀ ਹੈ। ਮੇਰਾ ਮਨ ਦਾ ਇੱਕ ਰੂਪ ਹੈ ਕੰਡੀਸ਼ਨਡ ਮਾਈਂਡ, ਉਹ ਮਨ ਜਿਹੜਾ ਮੈਂ ਜਨਮ ਤੋਂ ਆਲੇ ਦੁਆਲੇ ਤੋਂ ਕੰਡੀਸ਼ਨਸ ਤੋਂ ਹਾਜ਼ਰ ਕੀਤਾ ਹੈ, ਈਗੋ ਮਾਈਂਡ। ਉਹਮੇ ਇਹੋ ਹੁਕਮ ਹੈ ਪਈਏ ਕਿਰਤ ਫਿਰਾਏ, ਇਹਦੇ ਕਾਰਨ ਹੀ ਜੀਵਨ ਹੈ। ਇਸ ਹਉਮੈ ਕਾਰਨ ਇੱਕ ਟੂਲ ਹੈ ਲਾਈਫ ਨੂੰ ਜੀਣ ਦਾ। ਮੈਂ ਇਹਦੇ ਵਿੱਚ ਉਤਰ ਕੇ ਆਪਣੀ ਆਇਡੈਂਟੀਟੀ ਬਣਾਉਂਦਾ ਹਾਂ, ਮੇਰੇ ਪਰਿਵਾਰ, ਮੇਰਾ ਸਰੀਰ, ਮੈਂ ਕੀ ਪੜ੍ਹਿਆ, ਮੈਂ ਕੀ ਜਾਣਿਆ, ਕਿੱਥੇ ਰਹਿੰਦਾ, ਇਹ ਸਾਰੀ ਆਇਡੈਂਟੀਟੀ ਉਸ ਈਗੋ ਦੇ ਨਾਲ ਰਿਲੇਸ਼ਨ ਹੈ ਜਿਹੜੀ ਮੇਰੀ ਕੰਡੀਸ਼ਨਸ 'ਤੇ ਆਧਾਰਿਤ ਹੈ। ਕੰਡੀਸ਼ਨਸ ਬਦਲਣਗੀਆਂ ਤਾਂ ਸਭ ਬਦਲ ਜਾਏਗਾ। ਇਹ ਹਉਮੈ ਵਾਲਾ ਜੀਵਨ ਹੈ। ਤਾਂ ਸਤਿਗੁਰੂ ਨੂੰ ਪਾਇਆ, ਆਨੰਦ ਮਿਲ ਗਿਆ। ਕਿਵੇਂ ਹੋਇਆ? ਕੁਝ ਤਾਂ ਹੋਇਆ ਮਨ ਦੇ ਅੰਦਰ। ਕੀ ਹੋਇਆ? ਇਹ ਹਉਮੈ ਵਾਲਾ ਜੀਵਨ ਤੋਂ ਪਰੇ ਕੁਝ ਹੋਰ ਹੈ ਕਿ ਨਹੀਂ ਹੈ? ਜਿਵੇਂ ਮਹਾਰਾਜ ਕਹਿੰਦੇ ਹਨ, ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰੇ ਸੰਗ ਨਾ ਚਾਲੇ। ਉਹ ਕਹਿੰਦੇ ਹਨ ਕਿ ਜਿਹੜਾ ਇਹ ਈਗੋ ਵਾਲਾ ਮਨ ਹੈ, ਹਉਮੈ ਵਾਲਾ ਮਨ ਹੈ, ਇਹ ਨਾਲ ਨਹੀਂ ਜਾਏਗਾ। ਫਿਰ ਕੀ ਜਾਏਗਾ ਹਜ਼ੂਰ? ਨਾਮ ਜਾਏਗਾ। ਮਹਾਰਾਜ ਕੀ ਦਸੀਏ, ਇਹਦੇ 'ਚ ਸਾਰੇ ਭੇਦ ਛਿਪਾ ਦਿੱਤੇ ਹਨ। ਮੇਰਾ ਮਨ ਦਾ ਸਤ ਆਨੰਦ ਹੈ ਹਜ਼ੂਰ, ਔਰ ਐਸੇ ਤੋਂ ਖਾਲਸਾ ਬਣਦਾ ਹੈ। ਪੂਰਨ ਜੋਤ ਜਗੇ ਘਟ में तब खालस ताहे न खालस जाने। तब पातशाह ਨੂੰ ਮਿਲਣਾ ਹੈ, ਨਾਮ ਦੀ ਕਮਾਈ ਕਰਨੀ ਪਏਗੀ। ਗੁਰੂ ਮਹਾਰਾਜ ਬਜ਼ੁਰਗਾਂ ਕੋਲ ਮੈਂ ਰਿਹਾ, ਕਮਾਲ ਦੇ ਦਰਸ਼ਨ ਸਨ। ਸਾਰੀ ਰਾਤ ਤਾਂ ਸੋਣਾ ਨਹੀਂ ਹੈ। 3 ਵਜੇ ਬਾਜੇ ਤੇ ਉਂਗਲੀ ਹੁੰਦੀ ਸੀ। ਰਾਤ ਦੇ ਹਨੇਰੇ ਵਿੱਚ ਇੱਕ ਪੁਕਾਰ ਮਨ ਦੇ, ਸੱਚੇ ਮਨ ਦੀ।
ਇੱਕ ਦਿਨ ਸਿਆਲ ਦਾ ਮਹੀਨਾ, ਪੇੜ ਦੇ ਨੇੜੇ 4 ਵਜੇ ਸਵੇਰੇ ਅਰਦਾਸ ਵਿੱਚ ਖੜੇ ਹੋ ਗਏ। ਨੇੜੇ ਜਾਣ ਤੇ ਨਾਰਾਜ਼ ਹੋਏ। ਉਮਰ ਜ਼ਿਆਦਾ ਸੀ ਸਰੀਰ ਦੀ। 1.5-2 ਘੰਟਾ ਨਿਕਲ ਗਿਆ ਹੋਏਗਾ। 6, 6:30, 7 ਵੱਜ ਗਏ ਸ਼ਾਇਦ। ਫਿਰ ਆਏ ਤਾਂ ਸਰੀਰ ਬੁਖਾਰ ਹੋ ਗਿਆ। ਅਰਦਾਸ ਵਿੱਚ 1.5-2 ਘੰਟੇ ਖੜੇ ਰਹੇ ਪੇੜ ਦੇ ਨਾਲ। ਜਦੋਂ ਦਿਨੇ ਵਿਚਾਰ ਹੋਈ, ਪੁੱਛਿਆ ਤਾਂ ਕਹਿਣ ਲੱਗੇ, ਮੈਨੂੰ ਉਸ ਪੇੜ ਦੇ ਨਾਲ ਇੱਕ ਇਹੋ ਜਿਹਾ ਇੱਕ ਮਿਕਤਾ ਬਣ ਗਈ ਕਿ 10 ਗੁਰੂ ਸਾਹਿਬਾਨ ਦੇ ਦਰਸ਼ਨ ਉਸ ਪੇੜ ਵਿੱਚ ਹੋਣ ਲੱਗੇ। ਕਹਿੰਦੇ ਮੈਂ ਫਿਰ ਹਟ ਨਹੀਂ ਸਕਿਆ। ਜੋ ਇੱਕ ਜੀਵਨ ਦੀ ਰਿਐਲਿਟੀ ਹੈ, ਜੋ ਸੱਤ ਹੈ ਜੀਵਨ ਦਾ, ਉਹ ਛਿਪਿਆ ਹੈ ਸਾਡੇ ਤੋਂ ਮਹਾਰਾਜ। ਪਰ ਜਿਤਨਾ ਰੀਅਲ ਉਹ ਰਿਐਲਿਟੀ ਹੈ, ਉਤਨੀ ਇਹ ਦੇਖਣ ਵਾਲਾ ਜੀਵਨ ਸੱਤ ਨਹੀਂ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦਰਵੇਸ਼, ਮੇਰਾ ਤਾਂ ਨਾਂ ਵੀ ਉਹਨਾਂ ਦਾ ਨਹੀਂ ਲੈਣਾ ਦੋਸ਼ ਬਣਦਾ ਹੈ। ਮੈਨੂੰ ਇੰਨਾ ਮਨ ਨਿਰਮਲ ਨਹੀਂ ਹੈ। ਸਤਿਗੁਰੂ ਮੈਂ ਪਾਇਆ। ਇਹ ਹਉਮੈ ਰੂਪੀ ਮਨ ਤਿਆਗਿਆ ਜਾਏਗਾ ਹਜੂਰ, ਤਾਂ ਮਨ ਦੇ ਵਿੱਚ ਇੱਕ ਅਵਸਥਾ ਆਉਂਦੀ ਹੈ ਜਿਸ ਨੂੰ ਉਨਮਨ ਕਿਹਾ ਮਹਾਰਾਜ ਨੇ, ਜਿੱਥੇ ਮੈਂ ਨਹੀਂ ਹਾਂ। ਪਰ ਗੁਰੂ ਅਮਰਦਾਸ ਸਾਹਿਬ ਨੇ ਇੱਕ ਗੱਲ ਖੋਲੀ ਹੈ ਨਾਲ, ਮਾਫ ਕਰਨਾ। ਗੁਰਮੁਖਾਂ ਦੀ ਸੰਗਤ, ਜਿਹੜੇ ਗੁਰੂ ਨਾਲ ਜੁੜੇ ਹੋਣ, ਉਹ ਬਹੁਤ ਘੱਟ ਮਿਲਦੀ ਹੈ। ਤਾਂ ਹਜ਼ੂਰ ਕਹਿੰਦੇ ਹਨ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਮੈਨੂੰ ਗੁਰੂ ਮਿਲ ਗਿਆ, ਇਸ ਜੀਵਨ ਦਾ ਸਿਖਰ ਮਿਲ ਗਿਆ ਹੈ ਪਾਤਸ਼ਾਹ, ਇਸ ਜੀਵਨ ਦਾ ਸੱਤ ਮਿਲ ਗਿਆ ਹੈ। ਇਹ ਜਿਹੜਾ ਸਰੀਰਕ ਜੀਵਨ ਹੈ, ਇਸ ਤੋਂ ਪਰੇ ਦਾ ਇੱਕ ਸਪਿਰਿਚੁਅਲ ਜੀਵਨ ਮਿਲ ਗਿਆ ਹੈ। ਸਤਿਗੁਰ ਕੇ ਜਨਮੇ ਗਮਨ ਮਿਟਾਇਆ। ਇੱਕ ਦੂਸਰਾ ਜਨਮ ਹੈ ਜਿੱਥੇ ਮਨ ਜਗ ਗਿਆ ਹੈ। ਤਨ ਤੋਂ ਪਰੇ ਦਾ ਇੱਕ ਜੀਵਨ ਹੈ। ਇਹ ਤਨ ਮਨ ਕਰਕੇ ਹਾਜ਼ਰ ਹੈ। ਮਨ ਇਹਦੇ ਵਿੱਚ ਸ਼ਕਤੀ ਪਾਉਂਦਾ ਹੈ ਤਾਂ ਇਹ ਤਨ ਚੱਲਦਾ ਹੈ। ਜਿਸ ਦਿਨ ਮਨ ਇਸ ਤੋਂ ਟੁੱਟ ਜਾਏਗਾ, ਇਹ ਮੱਟੀ ਹੋ ਜਾਏਗਾ। ਇਸ ਸਰੀਰਕ ਜੀਵਨ ਦੇ ਵਿੱਚ ਮਨ ਦੀ ਹਾਜ਼ਰੀ ਹੈ ਤਾਂ ਇਹ ਚੱਲਦਾ ਜੀਵਨ ਸਾਨੂੰ ਦਿਖਦਾ ਹੈ। ਪਰ ਪ੍ਰਸ਼ਨ ਬਾਣੀ ਵੀ ਸਾਨੂੰ ਪ੍ਰੇਰਦੀ ਹੈ ਕਿ ਮਨ ਨੂੰ ਲੱਭੋ, ਇਸ ਮਨ ਕੋ ਕੋਈ ਖੋਜੋ ਪਾਈ, ਤਨ ਛੂਟੇ ਮਨ ਕਹਾਂ ਸਮਾਈ। ਇਹ ਤਨ ਨਾਲ ਜਦੋਂ ਵਿਛੋੜਾ ਹੁੰਦਾ ਹੈ ਮਨ ਦਾ, ਤਾਂ ਕਿੱਧਰ ਜਾਂਦਾ ਹੈ ਮਨ, ਸਮਾਂਦਾ ਕਿੱਥੇ ਹੈ। ਮਨ ਨੂੰ ਖੋਜਦੇ ਨਹੀਂ ਹਾਂ ਅਸੀਂ, ਨਾਮ ਨਾਲ ਵਾਹ ਨਹੀਂ ਇੰਨਾ ਪਾਇਆ ਹੈ। ਅੰਤਰ ਵਸੇ ਨਾ ਬਾਹਰ ਜਾਏ, ਅੰਤਰ ਨਹੀਂ ਵਸਦਾ, ਬਾਹਰ ਨੂੰ ਹੀ ਜਾਂਦਾ ਹੈ। ਅੰਮ੍ਰਿਤ ਛੋੜ ਬਿਖੇ ਬਿਖ ਖਾਏ। ਮਨ ਦੇ ਵਿੱਚ ਜਿਹੜਾ ਅੰਮ੍ਰਿਤ ਵਸਦਾ ਹੈ, ਉਸ ਨੂੰ ਛੋੜ ਦਿੱਤਾ ਹੈ ਮੈਂ। ਬਿਖ ਖਾ ਰਿਹਾ ਹਾਂ, ਜ਼ਹਿਰ ਖਾ ਰਿਹਾ ਹਾਂ, ਔਰ ਮੇਰੇ ਜੀਵਨ ਨੂੰ ਗਲਾ ਰਿਹਾ ਹੈ ਉਹ ਸ਼ੈ। ਸਮਾਂ ਹੈ ਇੱਕ ਲਹਿਰ ਮਨ ਦੇ ਵਿੱਚ ਮੇਰੀ ਚੱਲੇ, ਆਪ ਦੀ ਚੱਲੇ, ਨਾਮ ਵੱਲ ਚਲੀਏ। ਅਨੇਕਾਂ ਹੀ ਵਿਘਨ ਦੁਨੀਆ ਵਿੱਚ ਆ ਗਏ ਹਨ, ਨਾਮ ਤੋਂ ਸਭ ਹੱਲ ਹੋਣਗੇ।
ਹਜੂਰ ਨੇ ਜਿਹੜੀ ਗੱਲ ਸਾਨੂੰ ਚਲਾਈ ਹੈ ਉਸ ਨਾਮ ਦੀ ਗੱਲ ਹੈ। ਉਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ। ਇਸ ਮਨ ਦੇ ਅੰਦਰ ਉਹ ਮਨ ਦੀ ਅਵਸਥਾ ਮਿਲਦੀ ਹੈ, ਪਰ ਕਿਵੇਂ ਮਿਲਦੀ ਹੈ? ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਸਹਿਜ ਨਾਲ। ਸਹਿਜ ਦੀ ਅਵਸਥਾ ਕੀ ਹੈ ਮਹਾਰਾਜ? ਐ ਮਨ ਸ਼ਕਤੀ, ਐ ਮਨ ਸਿਓ, ਐ ਮਨ ਪੰਚ ਤੱਤ ਕਾ ਜਿਉ। ਪੰਜਾਂ ਤੱਤਾਂ ਨਾਲ ਇਸ ਮਨ ਨੇ ਪ੍ਰਗਟ ਹੋਇਆ ਹੈ ਸਰੀਰ ਦੇ ਵਿੱਚ। ਪੰਜ ਤੱਤ ਦੇ ਵਿੱਚ ਸਰੀਰ ਹਨ। ਜਦੋਂ ਪ੍ਰਗਟ ਨਹੀਂ ਹੈ ਤਾਂ ਇਹ ਮਨ ਪ੍ਰਗਟ ਨਹੀਂ ਹੈ, ਫਿਰ ਤਾਂ ਕਨੈਕਟ ਹੋ ਗਿਆ, ਜਿਸ ਨੂੰ ਅਸੀਂ ਚੱਲਦਾ ਜੀਵਨ ਜਾਣਦੇ ਹਾਂ। ਇਹ ਮਨ ਲੈ ਜਿਉ ਉਨ ਮਨ ਰਹੇ। ਜਦੋਂ ਇਹ ਮਨ ਗਿਆ ਤਾਂ ਉਨ ਮਨ ਰਹਿ ਜਾਏਗਾ। तो तीन लोक की बातें कहे तो ज्ञान हो जाएगा जीवन की है। That is more real than what we think is real. That is a bigger solution than all the problems we know. That is more enlightening and revealing and full of happiness than all the happiness of the world. ਮਹਾਰਾਜ ਇੱਕ ਗੱਲ ਕਰਦੇ ਹਨ ਕਿ ਇਹ ਕਿਵੇਂ ਮਿਲਦਾ ਹੈ। ਇਸ ਸਹਿਜ ਦੀ ਗੱਲ ਕਰਦੇ ਹਨ। ਸਹਿਜ ਇੱਕ ਮਨ ਦੀ ਅਵਸਥਾ ਹੈ ਜਿੱਥੇ ਉਨਮਨ ਹੈ, ਜਿੱਥੇ ਮੇਰਾ ਇਹ ਮਨ ਨਹੀਂ ਹੈ ਜਿਸ ਨੂੰ ਮੈਂ ਜੀਵਨ ਜਾਣਦਾ ਹਾਂ, ਜਿਹਦੇ 'ਚ ਮੇਰੇ ਅਨੇਕਾਂ ਹੀ ਦੋਸ਼ ਵੀ ਹਨ, ਗੁਣ ਵੀ ਹਨ, ਅਵਗੁਣ ਵੀ ਹਨ, ਸਭ ਕੁਝ ਹਨ। ਪਰ ਉਸ ਉਨਮਨ ਦੀ ਅਵਸਥਾ ਵਿੱਚ ਇਹ ਮਨ ਦੇ ਬਿਯੋਂਡ ਮੈਂ ਚਲਾ ਜਾਂਦਾ ਹਾਂ। ਸ਼ਾਂਤ ਸਹਿਜ ਰਹਿਸ ਮਨ ਉਪਜਿਓ। ਪੀਸ ਆਫ ਮਾइंड, ਸ਼ਾਂਤ ਸਹਿਜ ਦੀ ਅਵਸਥਾ ਹੈ। ਰਹਿਸ ਆਨੰਦ ਹੈ ਮਹਾਰਾਜ, ਮਨ ਦੇ ਵਿੱਚ ਉਪਜ ਗਿਆ ਹੈ। ਸਗਲੇ ਦੁੱਖ ਪਲਾਇਨ। ਜਿਹੜੇ ਦੁੱਖ ਮੈਂ ਆਜੀਵਨ ਐਫਰਟ ਨਾਲ ਹਟਾਉਣਾ ਚਾਹੁੰਦਾ ਹਾਂ ਦੁਨੀਆ ਦੇ, ਜਿਸ ਤੇ ਮੈਂ ਆਉਣਾ ਚਾਹੁੰਦਾ ਸੀ, ਬਿਕੋਜ਼ ਮੈਂ ਡੂਇੰਗ ਵਿੱਚ ਜੀਵਨ ਜੀਂਦਾ ਹਾਂ ਔਰ ਮੈਂ ਸੋਲਿਊਸ਼ਨਸ ਲੱਭਦਾ ਹਾਂ ਫॉर एवर। शांति मिल जाए, सुख मिल जाए, यही ਲੱਭਦਾ ਹਾਂ। ਉਹ ਪਰ ਬਾਹਰਲੇ ਜੀਵਨ ਵਿੱਚ ਨਹੀਂ ਹੈ, ਉਹ ਅੰਤਰ ਮਨ ਵਿੱਚ ਵਸਦਾ ਹੈ। ਔਰ ਉਸ ਦੇ ਗਿਆਨ ਹੋਣ ਤੇ ਬਾਹਰਲਾ ਜੀਵਨ ਵੀ ਬਦਲ ਜਾਂਦਾ ਹੈ, ਕਿਉਂਕਿ ਰੂਟ ਸਿਸਟਮ, ਆਧਾਰ ਜੀਵਨ ਦਾ, ਫਾਊਂਡੇਸ਼ਨ ਲਾਈਫ ਦੀ ਬਦਲ ਜਾਂਦੀ ਹੈ। ਝੂਠ ਤਿਆਗ ਕੇ ਸੱਚ ਵਿੱਚ ਵਸ ਜਾਂਦਾ ਹੈ। ਤਾਂ ਜਿਸ ਨੂੰ ਮੈਂ ਜਾਣਦਾ ਹਾਂ, ਮੈਂ ਹੈ, ਮੇਰੀ ਹੈ, ਮੇਰੇ ਤੋਂ ਹੈ, ਉਸ ਤੋਂ ਬਿਯੋਂਡ ਫਿਰ ਜੀਵਨ ਇੱਕ ਤੂੰ ਦਾ ਵਸ ਜਾਂਦਾ ਹੈ। ਬਦਲਦਾ ਜੀਵਨ ਵਿੱਚ ਕੁਛ ਨਹੀਂ ਹੈ ਫਿਜ਼ੀਕਲੀ। ਤਾਂ ਹਜ਼ੂਰ ਨੇ ਸਾਨੂੰ ਸਮਝਾਇਆ ਹੈ, जैसे जल में कमल निरालम मुरगाई नैसाणे, सुरत शब्द भव सागर तरिए नानक नाम वखाणे। इस नाम दे नाल गुरु नानक ना मिलन हो सकता है महाराज, जब तक शरीर है। शरीर तो बाद नहीं हो सकता। अपॉर्चुनिटी है मिलन दी। डू वी वांट टू मीट? एक चांस है टू सॉल्व लाइफ, और एक बार सॉल्व हो जाएगी तो सदा ਲਈ हो जाएगी। फिर ਇਹ ਅਸੀਂ ਚੂਜ਼ ਕਰਨਾ ਹੈ। ਗੁਰੂ ਕਹਿੰਦੇ ਹਨ ਸਗਲੇ ਦੁੱਖ ਪਲਾਇਨ, ਸਹਿਜ ਆਨੰਦ ਸਦਾ ਗੁਰਮਤੀ, ਹਰ ਹਰ ਮਨ ਧਿਆਇਆ,
ਸਦਾ ਗੁਰਮਤੀ। ਮਹਾਰਾਜ ਨੇ ਜੋ ਸਾਨੂੰ ਅਵਸਥਾਵਾਂ ਮਨ ਦੀ ਸਮਝਾਈਆਂ ਹਨ, ਦੇ ਆਰ ਮੋਰ ਐਕਸਪੀਰੀਐਂਸ਼ੀਅਲ ਐਂਡ ਲੈਸ ਮੈਟਰ ਆਫ ਟਾਕਿੰਗ। ਇਹ ਐਕਸਪੀਰੀਅੰਸ ਵਾਲੀਆਂ ਗੱਲਾਂ ਨੇ ਹਜੂਰ। ਇਹਨਾਂ ਨੂੰ ਜਾਣਿਆ ਜਾ ਸਕਦਾ ਹੈ ਮਨ ਦੇ ਅੰਦਰ ਵਸ ਕੇ, ਮਨ ਦੇ ਅੰਦਰ ਜਾ ਕੇ, ਨਾਮ ਵਿੱਚ ਬਹਿ ਕੇ। ਗੁਰੂ ਦੇ ਚਰਨ ਪ੍ਰਗਟ ਹੋ ਸਕਦੇ ਹਨ। ਗੁਰੂ ਸਤ ਨਾਲ ਪ੍ਰਗਟ ਹੋ ਸਕਦਾ ਹੈ। ਮੋਰ ਰੀਅਲ ਦੈਨ ਫਿਜ਼ੀਕਲ ਵਰਲਡ। ਫਿਜ਼ੀਕਲ ਗੁਰੂ ਤੋਂ ਜ਼ਿਆਦਾ ਰੀਅਲ। ਸਾਡੇ ਸਾਹਮਣੇ ਗੁਰੂ ਬੈਠਾ ਹੋਏ ਫਿਜ਼ੀਕਲੀ, ਅਸੀਂ ਉਸੇ ਨੂੰ ਰੀਅਲ ਜਾਣਦੇ ਹਾਂ, ਪਰ ਇਹ ਮਨ ਦਾ ਧੋਖਾ ਹੈ। ਗੁਰੂ ਨੇ ਇੱਕ ਬੜੀ ਪਿਆਰੀ ਗੱਲ ਸਮਝਾਈ ਹੈ। ਚੌਥੇ ਪਦ में सहज है गुरमुख पल्ले पाए। चौथे पद विच जिथे कोई क्वालिटेटिव डेफिनेशन नहीं है, सीन वर्ल्ड नहीं रह गई, हुण अनसीन वर्ल्ड आ गई। जिथे गुण नहीं हैं, क्वालिटीज नहीं हैं, कोई डिफाइंड एलिमेंट नहीं है, अवगतो निर्मायल उपजे। यह सब अनडिफाइंड वर्ल्ड है। तो जदों ध्यान विच शब्द दे बैठिए, इमेजिनेशन कंट्रोल कर लईए, कोई मूर्ति दा, कोई पिक्चर दा ध्यान नहीं करना है। वो सब डिफाइंड वर्ल्ड्स हैं, मन नूं क्रॉस कर दिया हैं। शब्द अनडिफाइंड वर्ल्ड तो आंदा है। शब्द गुरु है महाराज। यही जानना है, यही जीवन बारे समझना है, यही भरोसा होना है, जीवन बदलना है, जीवन की चाल बदलनी है, अंतर्मुखी जीवन नूं जानना है। यह सहज की गल चल रही है। आनंद पिया मेरी माए, सतगुरु मैं पाया। सतगुरता पाया सहज सेती, सहज नाल, सहज विच मन वजियां वधाइयां। मन दे विचों वधाइयां वज रहीआं हन। मन अपने सत नूं जान चुका है। मन उस सैलीब्रेशन विच उतर गया है जो आनंद है महाराज, जिथे गुरु नाल मिलन हो गया है। वधाइयां दा अवसर मन दे विच बह रहा है। यह सब असी की जानते हाँ, जिथे तृष्णा नहीं रही है। हुण तृष्णा कौन करता है? मैं अधूरेपन तो तृष्णा विच लभदा हाँ, डिजायर करता हाँ कंप्लीटनेस बाहरमुखी जीवन विच। पर जदों मेरे मन विच मन वजियां वधाइयां, मन विच एक आनंद दे दर्शन हो गए हैं, फिर वो रियल हो गया है ज़्यादा। बाहरली वधाइयां, बाहरले जीवन तो ज़्यादा वो रियल है। यही तो भुलेखा है मेरे जीवन विच। मैं बार बार बाहर नूं ही जांदा हाँ, अंतर नहीं जांदा। सतगुर सेविए सहज उपजे, होमे तृष्णा मार। ए होमे मर जाए। तृष्णा जीवन दे भुख मन दे विच तृप्त हो गया नाम नाल। हुण मनमुखी जीवन नहीं रहा। मन दे अंदर एक द्वार है, गुरु कहते हैं, अगे समझाणगे फिर, जिहदे नाल मैं उस दर्शन विच उतर जाना हाँ जिथे गुरु है। जिवें भगत कबीर समझाते सन, आसमान म्याने लहंग दरिया गुसल करदन बूद। एक मेरे अंदर आनंद का दरिया बह रहा है। आसमान दसम द्वार, उहदे विच उतर जाओ कहते हैं, स्नान कर लो। तृष्णा तज सहज सुख पाया,
एको मन वसावणिया। सहज और सुख मिल गया, तृष्णा छड़ देती मैं। गुरमुख अंतर सहज है, मन चढ़िया 10वें आकाश। मन चढ़िया 10वें आकाश। ਇਹ ਕਿਸ ਅਵਸਥਾ ਦੀ ਗੱਲ ਕਰਦੇ ਹਨ? ਮੇਰਾ ਮਨ ਚੜ ਗਿਆ, 10ਮ ਦੁਆਰ ਦੇ ਵਿੱਚ ਚੜ ਗਿਆ ਮਨ। ਜਿਵੇਂ ਸਾਹਿਬ ਸਮਝਾਉਂਦੇ ਸਨ, ਮਨ ਆਂਦਾ ਕਿੱਥੋਂ ਹੈ, ਇਹਦਾ ਸੋਰਸ ਕੀ ਹੈ? ਤ੍ਰੈਸੁਤ ਅੰਗਲਵਾਈ ਕਹੀਏ, ਤਹਿ ਕਾ ਕਵਨ ਆਧਾਰੋ। ਸਿੱਧ ਗੋਸ਼ਟ ਵਿੱਚ ਪੁੱਛਿਆ ਸੀ ਯੋਗੀਆਂ ਨੇ, ਕੀ ਆਧਾਰ ਹੈ ਜੀਵਨ ਦਾ? ਪਵਨ ਕਾ ਵਾਸਾ ਸੁਨ ਨਿਵਾਸਾ, ਅਕਲ ਕਲਾ ਧਰ ਸੋਈ। ਮਹਾਰਾਜ ਕਹਿੰਦੇ ਹਨ, ਸੁਣਨ ਦੇ ਨਿਵਾਸ ਵਿੱਚ ਸੋਰਸ ਹੈ ਜੀਵਨ ਦਾ। ਪਵਨ ਉੱਥੋਂ ਆਉਂਦਾ ਹੈ, ਸਵਾਸ ਉੱਥੋਂ ਆਉਂਦਾ ਹੈ। ਬ੍ਰਹਮ ਗਿਆਨ ਦੀ ਗੱਲ ਕਰਦੇ ਹਨ। ਫਿਰ ਕਹਿੰਦੇ ਹਨ ਕਿ ਇਹ ਜਿਹੜਾ 10ਵੇਂ ਆਕਾਸ਼ ਵਿੱਚ ਚੜ ਗਿਆ ਮਨ, ਮਨ ਚੜਿਆ 10ਵੇਂ ਆਕਾਸ਼। ਮਨ ਮੇਰੇ ਪੂਰੇ ਸਰੀਰ ਵਿੱਚ ਹਾਜ਼ਰ ਹੈ। ਮਨ ਸਰੀਰ ਮਨ ਦੇ ਅੰਦਰ ਹੈ, ਉਲਟਾ ਨਹੀਂ ਹੈ। ਤਾਂ ਚੜ ਗਿਆ, ਕਿਵੇਂ ਚੜ ਗਿਆ? ਮੈਂ ਇਸ ਨੂੰ ਇਕਾਗਰ ਕਰ ਲਿਆ ਔਰ ਸਰੋਤ ਵੱਲ ਲੈ ਗਿਆ। ਹੁਣ ਮੈਂ ਸਰੀਰ ਤੋਂ ਇੱਕ ਤਰ੍ਹਾਂ ਨਾਲ ਟੁੱਟਣਾ ਸ਼ੁਰੂ ਹੋ ਗਿਆ। ਮੇਰਾ ਮਨ ਬਦੇਹ, ਦੇਹ ਤੋਂ ਪਰੇ ਧਿਆਨ ਅੰਤਰਵਨ ਵਿੱਚ ਵਸ ਗਿਆ। 10ਵੇਂ ਆਕਾਸ਼ ਵਿੱਚ ਚੜ ਗਿਆ ਮਨ। ਇਹਦਾ ਮਤਲਬ ਪ੍ਰਾਣ ਮੈਂ ਖਿੱਚ ਕੇ ਸਰੀਰ ਤੋਂ 10ਵੇਂ ਆਕਾਸ਼ ਵਿੱਚ ਲੈ ਗਿਆ। ਹੁਣ ਅਗਰ ਤੁਸੀਂ ਮੇਰੇ ਬੰਨ ਨੂੰ ਕੱਟੋਗੇ ਤਾਂ ਕੱਟਿਆ ਨਹੀਂ ਜਾਏਗਾ। ਕੱਟਿਆ ਜਾਏਗਾ ਤਾਂ ਮੈਨੂੰ ਮਹਿਸੂਸ ਨਹੀਂ ਹੋਏਗਾ, ਕਿਉਂਕਿ ਪ੍ਰਾਣ ਹੁਣ 10ਵੇਂ ਆਕਾਸ਼ ਵਿੱਚ ਚੜ ਗਏ ਹਨ। ਦੇਹ ਤੋਂ ਪਰੇ ਦੀ ਅਵਸਥਾ ਹੈ। ਕਿਸੇ ਨੂੰ ਗਿਆਨ ਹੋਏ ਤਾਂ ਮਹਾਰਾਜ ਗੱਲ ਉਸ ਅਵਸਥਾ ਦੀ ਕਰਦੇ ਪਏ ਹਨ। ਮਨ ਚੜਿਆ 10ਵੇਂ ਆਕਾਸ਼। ਭਾਈ ਮਨੀ ਸਿੰਘ ਕਹਿੰਦੇ ਸਨ, ਬੰਦ ਕਟਾ ਲਓ। ਅਨੇਕਾਂ ਹੀ ਹੋਰ ਗੁਰੂ ਦੇ ਸਿੱਖਾਂ ਨੇ ਇਸ ਅਵਸਥਾ ਦੀ ਪ੍ਰਾਪਤੀ ਕੀਤੀ ਹੈ। ਇੱਥੇ ਚਾਂਦਨੀ ਚੌਕ ਵਿੱਚ ਮਨ ਚੜਿਆ 10ਵੇਂ ਆਕਾਸ਼। ਗੁਰੂ ਕੋਲ ਤਾਂ ਸਦਾ ਹੀ ਇਹ ਅਵਸਥਾ ਹਾਜ਼ਰ ਹੈ। ਸਿੱਖਾਂ ਨੂੰ ਪ੍ਰਗਟ ਕਰ ਦਿੰਦੇ ਹਨ। ਜਦੋਂ ਸਿੱਖ ਮਿਲਦਾ ਹੈ ਗੁਰੂ ਨੂੰ, ਸਤਿਗੁਰੂ ਮੈਂ ਪਾਇਆ, ਇਕਾਗਰ ਮਨ ਕਰਨਾ ਹੈ ਹਜੂਰ। ਇਸ ਅਵਸਥਾ ਦਾ ਗਿਆਨ ਸਾਨੂੰ ਹੋ ਸਕਦਾ ਹੈ। ਸਾਨੂੰ ਲੱਗਦਾ ਹੈ ਇਹ ਦੂਸਰਿਆਂ ਵਾਸਤੇ ਹੈ, ਸਭ ਨੂੰ ਹੋ ਸਕਦਾ ਹੈ। ਕੰਡੀਸ਼ਨ ਤਾਂ ਇੱਕੋ ਹੀ ਹੈ, ਗੁਰੂ ਨੂੰ ਮਿਲਣਾ ਹੈ। ਸਤਿਗੁਰੂ ਸ਼ਬਦ ਸੁਣਾਇਆ, ਮਨ ਵਿੱਚ ਸ਼ਬਦ ਨੂੰ ਉਤਾਰਨਾ ਹੈ, ਸ਼ਬਦ ਦੇ ਧਿਆਨ ਵਿੱਚ ਬੈਠਣਾ ਹੈ, ਗਾਣਾ ਹੈ ਸ਼ਬਦ ਨੂੰ। ਗਾਵੀਏ ਸੁਣੀਏ ਮਨ ਰੱਖੀਏ ਪਾਓ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਘਰ ਕਿੱਥੇ ਹੈ ਮਹਾਰਾਜ? ਮੇਰਾ ਘਰ ਇਹ ਨਹੀਂ ਹੈ ਜਿੱਥੇ ਮੈਂ ਰਹਿ ਰਿਹਾ ਹਾਂ। ਇੱਥੇ ਸਰਾਂ ਹੈ, ਧਰਮਸਾਲ ਹੈ, ਧਰਮ ਨੂੰ ਕਮਾਉਣ ਦਾ ਸਮਾਂ ਹੈ। ਮੇਰਾ ਘਰ ਨਹੀਂ ਹੈ, ਮੈਂ ਇੱਥੇ ਰਹਿਣਾ ਨਹੀਂ ਹੈ। ਕੋਈ ਵੀ ਨਹੀਂ ਰਹਿੰਦਾ ਹੈ। ਇਹ ਮਨ ਦੇ ਅੰਦਰ ਉਸ ਉਨਮਨ ਅਵਸਥਾ ਨੂੰ ਘਰ ਜਾਣਦੇ ਹਾਂ। ਉਹ ਸਾਡਾ ਘਰ ਹੈ। ਹਰਨੀਤ ਵੀਰ ਨੇ ਕੁਝ ਸਮਾਂ ਪਹਿਲਾਂ ਪ੍ਰਸ਼ਨ ਪੁੱਛਿਆ ਸੀ, ਇਹ ਰੋਜ਼ਮर्रा ਦਾ ਜੀਵਨ ਬਿਲਕੁਲ ਡਰੇਨ ਕਰ ਦਿੰਦਾ ਹੈ। ਪ੍ਰੈਸ਼ਰ ਜੀਵਨ ਵਿੱਚ ਆ ਜਾਂਦਾ ਹੈ, ਨਾਮ ਤੋਂ ਟੁੱਟ ਜਾਂਦਾ ਹਾਂ। ਬਿਲਕੁਲ ਠੀਕ ਹੈ, ਪਰ ਅਸੀਂ ਇਹੀ ਯਤਨ ਕਰਨਾ ਹੈ ਦੈਟ ਇਹ ਬਾਹਰਲਾ ਜੀਵਨ ਸਾਨੂੰ ਡਰੇਨ ਨਾ ਕਰੇ। ਅਸੀਂ ਰੀਚਾਰਜ ਹੁੰਦੇ ਰਹੀਏ, ਇਹ ਜ਼ਰੂਰੀ ਹੈ। ਨਹੀਂ ਤੇ ਫਿਰ ਮਨ ਦੇ ਵਿੱਚ ਐਬਰੇਸ਼ਨਸ ਆਉਣਗੇ, ਪ੍ਰੈਸ਼ਰਸ ਆਉਣਗੇ, ਰੋਗ ਆਉਣਗੇ,
ਮਾਨਸਿਕ ਅਵਸਥਾ ਵਿੱਚ ਦਿੱਕਤਾਂ ਆਉਣਗੀਆਂ। ਸਾਨੂੰ ਇਹੀ ਕਰਨਾ ਹੈ ਕਿ ਨਾਮ ਨਾਲ ਜੁੜ ਕੇ ਰੀਚਾਰਜ ਕਰਦੇ ਰਹਿਣਾ ਹੈ, ਫੋਕਸ ਨਹੀਂ ਗਵਾਉਣਾ ਹੈ। ਗੁਰਸਿੱਖਾਂ ਕੋਲ, ਗੁਰਮੁਖਾਂ ਕੋਲ ਇਹ ਅਵਸਥਾ ਹਾਜ਼ਰ ਹੁੰਦੀ ਹੈ, ਸਾਨੂੰ ਕਮਾਣੀ ਪਏਗੀ, ਗੁਰੂ ਵੱਲ ਤੁਰਨਾ ਪਏਗਾ। ਇਹ ਜਿਹੜਾ ਰੀਅਲ ਪ੍ਰੈਸ਼ਰ ਅਸੀਂ ਦੁਨੀਆ ਦਾ ਦੇਖ ਰਹੇ ਹਾਂ, ਜਾਣ ਰਹੇ ਹਾਂ, ਇਹ ਉਤਨਾ ਫਿਰ ਮਹਿਸੂਸ ਸ਼ਾਇਦ ਨਾ ਹੋਏ। ਜਦੋਂ ਅੰਦਰ ਸੋਮਾ ਬਸੇ ਤਾਂ ਨਾਮ ਨਾਲ ਜੁੜਨਾ ਹੀ ਸਾਰੇ ਸੋਲਿਊਸ਼ਨਸ ਵੱਲ ਸਾਨੂੰ ਟੋਰੇਗਾ। ਚਾਰੋਂ ਅਵਸਥਾਵਾਂ ਸਾਡੇ ਸਾਹਮਣੇ ਹਨ। ਦੁੱਖ ਹੈ, ਰੋਗ ਹੈ, ਮ੍ਰਿਤਿੂ ਹੈ, ਭ੍ਰਮਣ ਹੈ, ਵਾਂਡਰਿੰਗ ਹੈ। ਮਨ ਦੇ ਅੰਦਰ ਇਹੋ ਜਿਹੇ ਸੋਲਿਊਸ਼ਨਸ ਹਨ ਜਿਹੜਾ ਇਸ ਸਾਰਿਆਂ ਤੋਂ ਮੁਕਤੀ ਦਿੰਦਾ ਹੈ। ਔਰ ਉਸ ਨੂੰ ਕਿਸ ਤਰ੍ਹਾਂ ਜੁੜਨਾ ਹੈ? ਸ਼ਬਦ ਨਾਲ। ਗੁਰੂ ਸ਼ਬਦ ਹੈ। ਕਿੰਨਾ ਗਹਿਨ ਸ਼ਬਦ ਹੈ ਇਹ। ਮਨ ਚੜਿਆ 10ਵੇਂ ਆਕਾਸ਼, ਬੁੱਧੇ ਹੋ ਗਿਆ ਹੈ, ਚੜ ਗਿਆ ਹੈ ਮਨ, ਆਪਣੇ ਸੋਰਸ ਵੱਲ ਚਲਾ ਗਿਆ ਹੈ ਮਨ। ਜਿਵੇਂ ਅਨਾਹਲ ਹਕ ਮਨਸੂਰ ਕਹਿੰਦਾ ਸੀ, ਮੈਨੂੰ ਕੱਟਦੇ ਹਨ ਪਰ ਮਨਸੂਰ ਹੱਸਦਾ ਹੈ। ਕਿਉਂ ਹੱਸਦਾ ਹੈ? ਕਿਉਂਕਿ ਸਰੀਰ ਤੋਂ ਪ੍ਰਾਣ ਖਿੱਚ ਕੇ ਮਨ 10ਵੇਂ ਆਕਾਸ਼ ਵਿੱਚ ਚਲਾ ਗਿਆ। ਸੰਤ ਬਾਬਾ ਅਤਰ ਸਿੰਘ ਜੀ ਕਹਿੰਦੇ ਸਨ, ਆਪਰੇਸ਼ਨ ਹੋਇਆ, ਧਿਆਨ ਵਿੱਚ ਚਲੇ ਗਏ ਕਿ ਹੁਣ ਤੂੰ ਆਪਰੇਸ਼ਨ ਕਰ। ਕੋਈ ਐਨਸਥੀਸੀਆ ਦੀ ਲੋੜ ਹੀ ਨਹੀਂ ਪਈ। ਮਨ ਚੜਿਆ 10ਵੇਂ ਆਕਾਸ਼। ਮੈਂ ਆਪ ਨੂੰ ਭਟਕਾ ਨਹੀਂ ਰਿਹਾ ਹਾਂ। ਇਹਨਾਂ ਅਵਸਥਾ ਦੀ ਅਸੀਂ ਬਹੁਤ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਹਨ, ਕਿਉਂਕਿ ਇਹ ਮਹਿਸੂਸ ਕਰਨ ਵਾਲੀਆਂ ਅਵਸਥਾਵਾਂ ਹਨ। ਜੇ ਕਿਸੇ ਨੂੰ ਇਹ ਕਿਰਪਾ ਹੋਏ। ਪਰ ਬਾਣੀ ਇੱਕ ਨਿਰਾਲੀ ਗੱਲ ਕਰਦੀ ਹੈ, ਪ੍ਰੇਮ ਦੀ, ਇੱਕ ਆਨੰਦ ਦੀ ਉੱਚੀ ਅਵਸਥਾ ਪ੍ਰਗਟ ਕਰਦੀ ਹੈ। ਤਾਂ ਸਾਂਝ ਕਰ ਰਹੇ ਹਾਂ ਹਜ਼ੂਰ। ਕਿਸੇ ਵੇਲੇ ਅਸੀਂ ਜਾਣ ਲਈਏ, ਇਹ ਅਰਦਾਸ ਕਰਦਾ ਹਾਂ, ਸਾਨੂੰ ਵੀ ਗਿਆਨ ਹੋ ਜਾਏ। ਮੇਰੇ ਵਰਗੇ ਮੂਰਖਾਂ ਨੂੰ, ਗੁਰੂ ਦੇ ਕੁਕਰਾਂ ਨੂੰ ਕੋਈ ਰਾਹ ਪੈ ਜੇ। ਗੁਰੂ ਕਦੇ ਗੱਲ ਲਾ ਲੈਣ, ਕੋਈ ਸਤ ਜੀਵਨ ਦਾ ਜਾਣ ਲਈਏ। ਨਹੀਂ ਤੇ ਕਾਹਦੇ ਲਈ ਆਏ ਇੱਥੇ? ਐਸੇ ਬਹਿਸਾਂ ਵਿੱਚ ਹੀ ਪੈਣ ਵਾਸਤੇ ਨਹੀਂ ਆਇਆ। ਚਾਬੀ ਮਿਲ ਜੇ ਉਹ ਦਰਵਾਜ਼ਾ ਖੋਲ੍ਹਣ ਦੀ, ਜਿਹੜਾ ਸੱਤ ਦਾ ਗਿਆਨ ਦੇ ਦੇ। ਹੋਰ ਕਿਸੇ ਕਾਰਨ ਨਹੀਂ ਆਇਆ। ਮਹਾਰਾਜ ਨਦਰ ਕਰਨ, ਸਾਨੂੰ ਗਿਆਨ ਬਖਸ਼ਣ। ਮਨ ਚੂਰੇ ਖਟ ਦਰਸ਼ਨ ਜਾਣ। ਮਨ ਜਿਸ ਦਿਨ ਮਰੇਗਾ ਉਸ ਦਿਨ ਦਰਸ਼ਨ ਹੋ ਜਾਣਗੇ। ਜਿਸ ਗੁਰੂ ਨੂੰ ਅਸੀਂ ਜਾਣਦੇ ਨਹੀਂ ਕਿੱਥੇ ਹਾਂ, ਗੁਰੂ ਕਹਿੰਦਾ ਹੈ ਸਭ ਜਗ੍ਹਾ ਦਿਖੇਗਾ ਉਹ। ਫਿਰ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਦਾਈਆਂ। ਸਹਿਜ ਦੀ ਅਵਸਥਾ ਆਪ ਨਾਲ ਸਾਂਝੀ ਕਰ ਰਿਹਾ ਹਾਂ। ਗੁਰਮੁਖ ਅੰਤਰ ਸਹਿਜ ਹੈ। ਮਨ ਚੜਿਆ 10ਵੇਂ ਆਕਾਸ਼। ਇਹ ਸਹਿਜ ਦੀ ਅਵਸਥਾ ਹੈ। ਨਮਸਕਾਰ ਕਰੀਏ ਇਸ ਸਹਿਜ ਦੀ ਅਵਸਥਾ ਨੂੰ। ਇੱਕ ਰਿਸਪੈਕਟ ਡਿਮਾਂਡ ਕਰਦੀ ਹੈ। ਆਨੰਦ ਨਾਲ ਮੇਰਾ ਮਨ ਇਕਾਗਰ ਹੋ ਜਾਏਗਾ ਆਪਣੇ ਸਤ ਵਿੱਚ। ਸਹਿਜ ਸੇਤੀ ਮਨ ਵਜੀਆਂ ਵਾਦਾਈਆਂ, ਰਾਗ ਰਤਨ ਪਰਵਾਰ ਭਰੀਆਂ। ਸਭ ਸੈਲੀਬ੍ਰੇਸ਼ਨ। ਇੱਕ ਅੰਦਰ ਦਾ ਮਿਊਜ਼ਿਕ ਚੱਲ ਪਿਆ ਹੈ ਹੁਣ। ਅੰਦਰ ਰਾਗ ਛਿੜ ਪਏ ਹਨ। ਪਰੀਆਂ, ਇਹ ਰਾਗਣੀਆਂ, ਰਾਗ ਦੇ ਨਾਲ ਦੀ ਰਾਗਣੀਆਂ ਹਨ ਜਿਹੜੀਆਂ ਪਰੀਆਂ ਹਨ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਗੱਲ ਤਾਂ ਸਾਰੀ ਸ਼ਬਦ ਗਾਣ ਦੀ ਹੈ ਹਜ਼ੂਰ। ਅਸੀਂ ਔਰ ਤੁਸੀਂ ਨਹੀਂ ਗਾਉਂਦੇ ਹਾਂ, ਜੀਵਨ ਨਹੀਂ ਬਦਲਦਾ ਹੈ। ਅਸੀਂ ਔਰ ਤੁਸੀਂ ਬਹਿਸ ਕਰਦੇ ਹਾਂ, ਗੱਲਾਂ ਕਰਦੇ ਹਾਂ, ਗਾਉਂਦੇ ਨਹੀਂ ਹਾਂ ਸ਼ਬਦ ਨੂੰ।
ਮਨ ਨੂੰ ਬਦਲਣਾ ਹੈ, ਸ਼ਬਦ ਨੂੰ ਗਾਣਾ ਹੈ ਹਜੂਰ। ਗੁਰੂ ਨਾਨਕ ਸਾਹਿਬ ਨੂੰ ਪ੍ਰਗਟ ਜਾਣਨਾ ਹੈ ਜੀਵਨ ਵਿੱਚ, ਤਾਂ ਮਨ ਦੇ ਵਿੱਚ ਸ਼ਬਦ ਉਤਾਰ ਦਈਏ, ਜੋੜ ਲਈਏ ਉਸ ਪ੍ਰੇਮ ਦੇ ਨਾਲ, ਉਸ ਗੁਰੂ ਨਾਲ। ਉਹਦੇ ਚਰਨ ਹਾਜ਼ਰ ਹੋ ਜਾਣ ਜੀਵਨ ਵਿੱਚ, ਉਹਦੇ ਸੱਤ ਨੂੰ ਜੀ ਲਈਏ। ਗੁਰੂ ਸਰੀਰ ਨਹੀਂ ਹੈ, ਗੁਰੂ ਕਿਧਰੇ ਨਹੀਂ ਗਿਆ ਹੈ, ਗੁਰੂ ਸਦਾ ਹਾਜ਼ਰ ਹੈ, ਉਹ ਸੱਤ ਵਿੱਚ ਸਮਾਇਆ ਹੈ ਮਹਾਰਾਜ। ਉਸ ਨੂੰ ਅਸੀਂ ਜੁੜ ਸਕਦੇ ਹਾਂ, ਉਸ ਨਾਲ ਜੁੜ ਸਕਦੇ ਹਾਂ, ਉਸ ਨੂੰ ਮਿਲ ਸਕਦੇ ਹਾਂ। ਬਾਣੀ ਦੱਸਦੀ ਹੈ ਮਹਾਰਾਜ, ਮੈਨੂੰ ਗਿਆਨ ਨਹੀਂ ਹੈ, ਗੁਰੂ ਕਿਰਪਾ ਕਰੇ। ਇਹ ਰਾਗਣੀਆਂ ਹਨ ਜਿਹੜੀਆਂ ਰਾਗ ਦੇ ਨਾਲ ਚਲਦੀਆਂ ਹਨ। ਪੰਚ ਰਾਗਣੀ ਸੰਗ ਉਚਰਿਓ। ਤਾਂ ਮਹਾਰਾਜ ਕਹਿੰਦੇ ਨੇ ਰਾਗ ਰਤਨ ਪਰਵਾਰ ਭਰੀਆਂ। ਰਤਨ ਅਨਮੋਲ ਖਜ਼ਾਨਾ ਹੈ ਮਨ ਦੇ ਅੰਦਰ, ਜਿਸ ਨੂੰ ਗੁਰੂ ਸਾਹਿਬ ਨੇ ਨਗੀਨਾ ਘਾਟ ਵਿੱਚ ਦਰਸਾ ਦਿੱਤਾ ਸੀ। ਇਹ ਦੁਨੀਆ ਦਾ ਸੱਤ ਜਾਣਦਾ ਹੈ ਗੁਰੂ, ਮਾਲਕ ਹੈ ਸਭ ਸ੍ਰਿਸ਼ਟੀ ਦਾ। ਉਸ ਗੁਰੂ ਦੇ ਅਸੀਂ ਸਿੱਖ ਹਾਂ, ਉਹਦੇ ਪ੍ਰੇਮ ਵਿੱਚ ਜੀਵਨ ਬਦਲ ਦਈਏ, ਇਹੀ ਸਿੱਖੀ ਹੈ ਹਜੂਰ। ਰਾਗ ਰਤਨ ਪਰਵਾਰ ਭਰੀ ਸ਼ਬਦ ਗਾ ਬਣਾਈਆਂ। ਸ਼ਬਦ ਨੂੰ ਗਾਈਏ ਮਹਾਰਾਜ, ਮਨ ਨੂੰ ਬਦਲ ਦਈਏ। ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਿਰੋਆ। ਔਖਦ ਆਏ ਰਾਸ ਵਿੱਚ ਆਪ ਖਲੋਆ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾ ਬਣਾਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ। ਉਸ ਨਿਰੰਕਾਰ ਦਾ ਬੜਾ ਦੁੱਖ ਲੱਗਦਾ ਹੈ, ਅੱਜ ਕੱਲ੍ਹ ਸਾਡੇ ਬੱਚੇ ਹੀ ਮਿਸ ਇੰਟਰਪ੍ਰੇਟ ਕਰਦੇ ਹੈ। ਇੱਕ ਵੀਰ ਨੇ ਬਹੁਤ ਗਲਤ ਕੀਤਾ ਹੈ, ਵਿਸ਼ਨੂੰ ਕਹਿ ਦਿੱਤਾ ਹਰੀ ਨੂੰ ਕਿ ਅਸੀਂ ਹਰੀ ਵਿਸ਼ਨੂੰ ਦੇ ਪੁਜਾਰੀ ਹਾਂ। ਬਹੁਤ ਭਾਰ ਆਇਆ ਮਨ ਵਿੱਚ। ਕਿਹੋ ਜਿਹੇ ਸਮੇਂ ਵਿੱਚ ਵਿਚਰਦੇ ਹਾਂ ਅਸੀਂ। ਸ਼ਬਦੋ ਤਗਾਵੋ ਹਰੀ ਕੇਰਾ। ਉਸ ਨਿਰੰਕਾਰ ਦੇ ਸ਼ਬਦ ਗਾਣਾ ਹੈ, ਉਸ ਨਿਰੰਕਾਰ ਦੇ ਸ਼ਬਦ ਨੂੰ ਜੀਣਾ ਹੈ, ਉਸ ਨਿਰੰਕਾਰ ਦੇ ਸ਼ਬਦ ਨੂੰ ਸਾਡੇ ਮਨ ਨੂੰ ਬਦਲ ਦੇਣਾ ਹੈ, ਸਾਨੂੰ ਸੱਤ ਨਾਲ ਜੋੜ ਦੇਣਾ ਹੈ, ਨਿਰੰਕਾਰ ਦੇ ਰੂਪ ਨੂੰ ਜਾਣ ਲੈਣਾ ਹੈ, ਰਿਐਲਿਟੀ ਆਫ ਲਾਈਫ ਨੂੰ ਰਿਵੀਲ ਕਰ ਦੇਣਾ ਹੈ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਇਸ ਮਨ ਦੇ ਵਿੱਚ ਸ਼ਬਦ ਨੂੰ ਵਸਾ ਦੇਣਾ ਹੈ ਮਹਾਰਾਜ। ਸ਼ਬਦ ਸੱਤ ਦਾ ਰੂਪ ਹੈ, ਸਾਨੂੰ ਸੱਤ ਨਾਲ ਜੋੜ ਦੇਗਾ। ਜਿਵੇਂ ਅਸੀਂ ਕਿਸੇ ਖੂਹ ਵਿੱਚ ਡਿੱਗੇ ਹੋਏ ਬਾਹਰ ਨਹੀਂ ਨਿਕਲ ਪਾ ਰਹੇ, ਹਉਮੈ ਨੂੰ ਛੱਡਣਾ ਹੈ, ਸੀੜੀ ਸ਼ਬਦ ਹੈ। ਜਿਵੇਂ ਇੱਕ ਪੌੜੀ ਤੋਂ ਦੂਜੀ ਪੌੜੀ ਵਿੱਚ ਚੜ੍ਹਨਾ ਹੈ, ਸ਼ਬਦ ਰਸਤਾ ਹੈ। ਸ਼ਬਦ ਨਾਲ ਜੁੜ ਕੇ ਮਨ ਨੂੰ ਉਨ ਮਨ ਵਿੱਚ ਲੈ ਜਾਣਾ ਹੈ, ਹਉਮੈ ਨੂੰ ਤਿਆਗ ਦੇਣਾ ਹੈ। ਹਉਮੈ ਸ਼ਬਦ ਜਲਾਏ ਮਹਾਰਾਜ ਕਹਿੰਦੇ ਹਨ, ਜਲਾ ਦੇਗਾ ਇਹਨੂੰ। ਕਿਵੇਂ ਮਤਲਬ ਜਲਾ ਦੇਗਾ? ਇਹਦਾ ਮਤਲਬ ਕੀ ਹੋਇਆ ਜਲਾ ਦੇਗਾ? ਇਹਨਾਂ ਸ਼ਬਦਾਂ ਦੀ ਮੈਟਾਫਿਜ਼ੀਕਲ ਰਿਐਲਿਟੀਜ਼ ਵੀ ਹਨ। ਹਉਮੈ ਸ਼ਬਦ ਜਲਾਏ। ਮਨ ਜਦੋਂ ਨਿਰਮਲ ਨਹੀਂ ਹੈ ਤਾਂ ਉਸ ਅਵਸਥਾ ਵਿੱਚ ਜਾ ਨਹੀਂ ਪਾਉਂਦਾ ਹੈ। ਜਦੋਂ ਨਿਰਮਲ ਹੈ ਤਾਂ ਇਹ ਜਲ ਜਾਂਦਾ ਹੈ। ਹਉਮੈ ਤਿਆਗੀ ਜਾਂਦੀ ਹੈ। ਹਉਮੈ ਸ਼ਬਦ ਜਲਾਏ। ਤਾਂ ਇਸ ਸ਼ਬਦ ਨਾਲ ਹੀ ਅਸੀਂ ਉਸ ਨਿਰੰਕਾਰ ਨੂੰ ਜਾਣਨਾ ਹੈ, ਆਪਣੇ ਦੁੱਖ ਤੋਂ ਸੁਖ ਵੱਲ, ਆਨੰਦ ਵੱਲ ਜਾਣਾ ਹੈ, ਮ੍ਰਿਤਿਉ ਨੂੰ ਤਿਆਗ ਕੇ ਅੰਮ੍ਰਿਤ ਨੂੰ ਜਾਣਨਾ ਹੈ ਮਹਾਰਾਜ। ਸ਼ਬਦੋ ਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਆਨੰਦ ਹੋ ਗਿਆ ਮਹਾਰਾਜ। ਗੁਰੂ ਅਮਰਦਾਸ ਮਹਾਰਾਜ ਧੰਨ ਹਨ ਪਾਤਸ਼ਾਹ ਜੀ। ਕਦੇ ਜਾਣਾ ਆਨੰਦਵਾਲ, ਗੋਇੰਦਵਾਲ ਸਾਹਿਬ। ਪਹਿਲਾਂ ਉੱਥੇ ਜਿੱਥੇ ਧਿਆਨ 'ਚ ਬੈਠਦੇ ਸਨ ਗੁਰੂ, ਉੱਥੇ
ਇੱਕ ਕੁੰਡੀ ਹੁੰਦੀ ਸੀ, ਹੁਣ ਤਾਂ ਧਿਆਨ ਨਹੀਂ ਹੈ ਕਿ ਨਹੀਂ ਹੈ। ਬੜੀ ਨਿਰਾਲੀ ਕਥਾ ਹੈ ਉਸ ਗੋਇੰਦਵਾਲ ਸਾਹਿਬ ਦੀ। ਲੰਗਰ ਦੀ ਪ੍ਰਥਾ ਨੂੰ ਅੱਗੇ ਵਧਾਇਆ ਹੈ। ਬੀਬੀ ਪਾਣੀ ਦੀ ਕਮਾਈ ਹੈ। ਅੰਮ੍ਰਿਤ ਵੇਲੇ ਦੇ ਦਰਸ਼ਨ ਹਨ ਗੁਰੂ ਦੇ। ਧੰਨ ਮਹਾਰਾਜ ਹਨ। ਬਹੁਤ ਕਿਰਪਾ ਹੈ ਹਜੂਰ। ਸਾਨੂੰ ਇੱਕ ਨਜ਼ਰ ਹੋ ਜਾਏ ਕਿ ਅਸੀਂ ਆਪਣੇ ਜੀਵਨ ਨੂੰ ਪਲਟ ਦਈਏ, ਨਿਰੰਕਾਰ ਨੂੰ ਜੁੜਨ ਵੱਲ ਇਸ ਆਨੰਦ ਨੂੰ ਆਲਿੰਗਨ ਕਰ ਲਈਏ, ਇਸ ਆਨੰਦ ਨੂੰ ਮਨ ਵਿੱਚ ਸ਼ਬਦ ਦੇ ਰਸਤੇ ਉਜਾਗਰ ਕਰ ਦਈਏ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਗੁਰਸਾਖੀ ਜੋਤ ਪ੍ਰਗਟ ਹੋਏ, ਸਭ में जोत जोत है सोए, तिसते चानन सब में चानन होए। गुरसाखी जोत प्रगट होए। गुरु दे नाल, शब्द दे नाल ਇਹ ਜੋਤ ਪ੍ਰਗਟ ਹੋਏਗੀ। ਇਹਨੂੰ ਗਾਈਏ, ਇਹਨੂੰ ਜੀਏ, ਇਹਨੂੰ ਮਨ ਨੂੰ ਇਸ ਰੂਪ ਵਿੱਚ ਢਾਲੀਏ, ਸ਼ਬਦ ਦੇ ਨਜ਼ਰ ਵਿੱਚ, ਸ਼ਬਦ ਦੇ ਧਿਆਨ ਵਿੱਚ। ਵਿਚਾਰ ਫਿਰ ਧਿਆਨ। मन चढ़िया 10वें आकाश। माफ करना मैं आज थोड़ा बह गया। आप सब दी किरपा नदर गुरु दी आसीस है। यह पौड़ी दे अज विचार है। मेरियां फुल्लां आप खिमा कर देना। अज दी विचार इत्थे तक प्रवान करना। आप जरूर मेरी गलतियां नूं शुद्ध करना महाराज। मेरियां भुल्लां तां नेकां ही हन महाराज, खिमा कर दे। भुल्लणहार कहाँ को मोसो। वाहिगुरू जी का खालसा, वाहिगुरू जी की फतेह।